ਵਾਹਿਗੁਰੂ 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 ਵਾਹਿਗੁਰੂ। ਸਤਿਗੁਰ ਕੀ ਜਿਸਨੂੰ ਮਤਿ ਆਵੇ, ਸੋ ਸਤਿਗੁਰ ਮਾਹੇ ਸਮਾਨਾ। ਇਹ ਬਾਣੀ ਜੋ ਜੀਉ ਜਾਣੈ, ਤਿਸ ਅੰਤਰ ਰਵੈ ਹਰਿ ਨਾਮਾ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਨ, ਪਰਤਖ ਗੁਰੂ ਨਿਸਤਾਰ। ਬਾਣੀ ਬਿਰਲੋ ਵਿਚਾਰਸੀ, ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ, ਨਿਜ ਘਰ ਵਾਸਾ ਹੋਏ। ਸੁਰ ਸੇਵੀਐ ਅਹਨਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹੀ ਮਹੱਲਾ ਪੰਜਵਾ। ਸਾਜਨ ਪੁਰਖ ਸਤਿਗੁਰ ਮੇਰਾ ਪੂਰਾ, ਤਿਸ ਬਿਨ ਅਵਰ ਨ ਜਾਣਾ ਰਾਮ। ਮਾਤ ਪਿਤਾ ਭਾਈ ਸੁਤ ਬੰਦਪ, ਜੀ ਪ੍ਰਾਨ ਮਨ ਭਾਣਾ ਰਾਮ। ਸਾਜਨ ਪੁਰਖ ਸਤਿਗੁਰ ਮੇਰਾ ਪੂਰਾ, ਤਿਸ ਬਿਨ ਅਵਰ ਨ ਜਾਣਾ ਰਾਮ। ਮਾਤ ਪਿਤਾ ਭਾਈ ਸੁਤ ਬੰਦਪ, ਜੀ ਪ੍ਰਾਣ ਮਨ ਭਾਣਾ ਰਾਮ। ਜੀਉ ਪਿੰਡ ਸਭ ਤਿਸ ਕਾ ਦੀਆ, ਸਰਬ ਗੁਣਾ ਭਰਪੂਰੇ। ਅੰਤਰਜਾਮੀ ਸੋ ਪ੍ਰਭ ਮੇਰਾ, ਸਰਬ ਰਹਿਆ ਭਰਪੂਰੇ। ਤਾਕੀ ਸਰਨ ਸਰਬ ਸੁਖ ਪਾਏ, ਹੋਏ ਸਰਬ ਕਲਿਆਣਾ। ਸਦਾ ਸਦਾ ਪ੍ਰਭ ਕੋ ਬਲਿਹਾਰਾ, ਨਾਨਕ ਸਾਧੁ ਕੁਰਬਾਨਾ। ਤਾਕੀ ਸਰਨ ਸਰਬ ਸੁਖ ਪਾਏ, ਹੋਏ
ਸਰਬ ਕਲਿਆਣਾ। ਸਦਾ ਸਦਾ ਪ੍ਰਭ ਕੋ ਬਲਿਹਾਰਾ, ਨਾਨਕ ਸਤਿਗੁਰ ਬਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੇ ਖਾਲਸਾ ਜੀ, ਆਪ ਜੀ ਵਡਭਾਗੇ ਹੋ ਜੋ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਧੰਨ 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 ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ। ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਇਹਨਾਂ ਅਜਮਤਾਂ ਵਡਿਆਈਆਂ ਦੇ ਮਾਲਕ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੀ ਯਾਤਰਾ ਕਰਦਿਆਂ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਦਿਆਂ ਆਪਣੇ ਲੋਕ ਪਰਲੋਕ ਦੇ ਸੁਖ ਦਾਤੇ ਸਤਿਗੁਰੂ ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜੂਰ ਆਪਣਾ ਜਨਮ ਸਫਲਾ ਕਰ ਰਹੇ ਹੋ। ਪਹਿਲਾਂ ਉੱਥੇ ਦਰਸ਼ਨ ਕੀਤੇ ਨੇ, ਹੁਣ ਦੀਵਾਨ ਅਸਥਾਨ ਮੰਜੀ ਸਾਹਿਬ ਸਤਿਗੁਰਾਂ ਦੇ ਹਜੂਰ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰ ਰਹੇ ਹੋ। ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ, ਰਸਨਾਮ ਪਵਿੱਤਰ ਕਰਦੇ ਇੱਕ ਵਾਰ ਸਾਰੇ ਉਚਾਰਨ ਕਰੋ ਜੀ। ਸਤਨਾਮ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹੀ ਮਹਲਾ ਪੰਜਵਾ। ਸਾਜਨ ਪੁਰਖ ਸਤਿਗੁਰ ਮੇਰਾ ਪੂਰਾ, ਤਿਸ ਬਿਨ ਅਵਰ ਨ ਜਾਣਾ ਰਾਮ। ਹੁਣ ਸਮਾਂ ਹੈ ਇਸ ਪਾਵਨ ਅਸਥਾਨ ਦੀ ਨਿਜਮਤ ਮਰਿਆਦਾ ਦੇ ਅਨੁਸਾਰ ਜੋ ਅੱਜ ਹਰੀ ਦੇ ਮੰਦਰ ਵਿੱਚੋਂ ਪੋਥੀ ਪਰਮੇਸ਼ਰ ਕਾ ਥਾਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਆਵਾਜ਼ਾ ਬਖਸ਼ਿਸ਼ ਕੀਤਾ ਹੈ। ਜੋ ਪਾਵਨ ਸ਼੍ਰੀ ਮੁਖ ਵਾਕ ਜੋ ਹੁਕਮਨਾਮੇ ਦੀ ਸਾਨੂੰ ਪ੍ਰਾਪਤੀ ਹੋਈ ਹੈ, ਉਸ ਦੀ ਵਿਚਾਰਦਾ ਸਮੂਹ ਨਾਨਕ ਨਾਮ ਲੇਵਾ ਸਿੱਖਾਂ ਵਿੱਚ ਜੇ ਆਪਾਂ ਅੰਮ੍ਰਿਤਧਾਰੀ
ਜਾਂ ਸਿੱਖ ਪਰਿਵਾਰਾਂ ਵਿੱਚ ਜਨਮ ਲੈ ਹੋਏ ਜੋ ਗੁਰੂ ਘਰ ਨੂੰ ਮੰਨਦੇ ਹਨ, ਉਹਨਾਂ ਤੋਂ ਬਾਹਰ ਜਾਈਏ ਤਾਂ ਤਕਰੀਬਨ 15-20 ਕਰੋੜ ਵਿਅਕਤੀ ਐਸੇ ਨੇ ਜਿਹੜੇ ਇਹ ਜਾਣਨਾ ਚਾਹੁੰਦੇ ਨੇ ਕਿ ਅੱਜ ਦਰਬਾਰ ਸਾਹਿਬ ਤੋਂ ਹੁਕਮਨਾਮਾ ਕਿਹੜਾ ਹੈ, ਕਿਸ ਗੁਰੂ ਦਾ ਹੈ, ਸ਼ਬਦ ਕੀ ਹੈ, ਉਹਦਾ ਭਾਵ ਕੀ ਹੈ। ਬਹੁਤ ਵਧੀਆ ਉਦਮ ਹੈ ਕਿ ਜੋ ਮੁੱਖ ਵਾਕ ਆਉਂਦਾ ਹੈ ਉਸ ਦੀ ਇਸ ਅਸਥਾਨ ਤੇ ਰੋਜ਼ ਵਿਚਾਰ ਹੁੰਦੀ ਹੈ। ਕੇਵਲ ਵਿਚਾਰ ਨਹੀਂ ਹੁੰਦੀ, ਇਹ ਪੂਰੇ ਸੰਸਾਰ ਵਿੱਚ ਵਰਲਡ ਵਾਈਡ ਇਹ ਆਡੀਓ ਵੀਡੀਓ ਸੰਗਤ ਇਹਦੇ ਤੋਂ ਲਾਹੇਵੰਦ ਹੋਵੇ, ਇਹ ਪ੍ਰਬੰਧ ਵੀ ਕੀਤਾ ਗਿਆ ਹੈ ਔਰ ਇਹ ਸਮੇਂ ਦੀ ਸਹੂਲਤ ਹੈ ਕਿ ਜਿਹੜਾ ਇਸ ਵਕਤ ਖੁੰਝ ਜਾਏ ਉਹ ਕਿਸੇ ਵੀ ਵੇਲੇ ਕਿਸੇ ਵੀ ਦਿਨ ਫਿਰ ਇਸ ਮੁੱਖ ਵਾਕ ਦੀ ਵਿਚਾਰ ਨੂੰ ਸਰਵਣ ਕਰ ਸਕਦਾ ਹੈ। ਸੋ ਅੱਜ ਗੁਰੂ ਨੇ ਕਿਰਪਾ ਕੀਤੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ, ਕਿ ਸਾਨੂੰ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ ਇਹ ਮੁੱਖ ਵਾਕ, ਜੋ ਸੂਹੀ ਰਾਗ ਅੰਦਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ 780 ਅੰਗ ਤੇ ਦਰਜ ਹੈ, ਇਹ ਬਖਸ਼ਿਸ਼ ਕੀਤਾ ਹੈ। ਸ਼ਬਦ ਦਾ ਜੋ ਆਕਾਰ ਹੈ ਉਹ 4 ਬੰਦ ਨੇ, ਪਰ ਇਹ ਸਾਰੇ ਸ਼ਬਦ ਦਾ ਜੋ ਅਰਥ ਭਾਵ ਹੈ ਉਹ ਹੈ ਸਾਨੂੰ ਗੁਰੂ ਦੀ ਮਹਿਮਾ ਦ੍ਰਿੜ ਕਰਾਉਣਾ। ਦਾਸ ਜਦੋਂ ਵੀ ਇੱਥੇ ਹਾਜ਼ਰੀ ਭਰਨ ਆਉਂਦਾ ਹੈ ਉਦੋਂ ਹੀ ਆਪਣੀ ਬੇਨਤੀ ਨੂੰ ਇੱਥੋਂ ਹੀ ਆਰੰਭ ਕਰਦਾ ਹੈ ਕਿ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਬਾਣੀ ਗੁਰੂ ਹੈ, ਗੁਰੂ ਬਾਣੀ ਹੈ। ਬਾਣੀ ਤੋਂ ਬਿਨਾਂ ਗੁਰੂ ਕੋਈ ਨਹੀਂ ਹੈ ਤੇ ਗੁਰੂ ਕੇਵਲ ਤੇ ਕੇਵਲ ਸਾਡਾ ਬਾਣੀ ਹੈ। ਅੱਜ ਜ਼ਰੂਰਤ ਹੈ ਸਿੱਖ ਕੌਮ ਨੂੰ ਗੁਰੂ ਦੇ ਬਖਸ਼ੇ ਹੋਏ ਇਸ ਸਿਧਾਂਤ ਤੇ ਪਹਿਰਾ ਦੇਣ ਦੀ। ਜਿੰਨੀ ਅੱਜ ਸਾਡੀ ਤਰਾਸਦੀ ਹੈ, ਜਿੰਨੀ ਸਾਡੀ ਅੱਜ ਅਧੋਗਤੀ ਹੈ, ਜਿੰਨੀ ਸਾਡੀ ਭਟਕਣ ਹੈ, ਜਿੰਨੇ ਸਾਡੇ ਵਿੱਚ ਵਹਿਮ ਭਰਮ ਨੇ, ਉਹ ਇੱਥੋਂ ਟੁੱਟਣ ਕਰਕੇ ਨੇ। ਮੈਂ ਥੋੜੇ ਦਿਨ ਪਹਿਲਾਂ ਬੰਗਲਾ ਸਾਹਿਬ ਵੀ ਬੇਨਤੀ ਕੀਤੀ ਸੀ ਕਿ ਅਗਰ ਆਸਾ ਕੀ ਵਾਰ ਨੂੰ ਗਾ ਲਿਆ ਜਾਂਦਾ ਔਰ ਇਹ ਬਾਣੀ ਸਾਡੇ ਕੰਠ ਹੋ ਜਾਂਦੀ ਤੇ ਇਹ ਸੁਭਾਵਿਕ ਸਾਡੇ ਮੁਖ ਤੋਂ ਬਚਨ ਨਿਕਲਿਆ ਕਰਨੇ ਸਨ ਕਿ ਛੋਡੀ ਲੈ ਪਖੰਡਾ, ਨਾਮ ਲੈ ਜਾਹੇ ਤਰੰਦਾ। ਪਖੰਡ ਛੱਡ ਦੇ, ਬਿਨਾ ਰੱਬ ਦੇ ਨਾਮ ਤੋਂ ਤੂੰ ਤਰ ਨਹੀਂ ਸਕੇਗਾ, ਕਿਉਂਕਿ ਪੱਗ ਓਪੇ ਤਾਣਾ ਆਪਣਾ ਕੀਆ ਕਮਾਣਾ, ਅਲਮਲ ਖਾਈ ਸਿਰ ਸ਼ਾਹੀ ਪਾਈ, ਮੂਰਖ ਅੰਧੇ ਪਤ ਗਵਾਈ। ਹੁਣ ਅਸੀਂ ਇਹੋ ਜਿਹੇ ਸਾਰੇ ਲੋਕਾਂ ਤੋਂ ਪ੍ਰਭਾਵਿਤ ਆ। ਉਹ ਜੀ ਪੈਰਾਂ ਵਿੱਚ ਜੁੱਤੀ ਨਹੀਂ ਪਾਉਂਦਾ,
ਉਹ ਜੀ ਵਿਭੂਤੀ ਲਾਉਂਦਾ ਹੈ ਸਰੀਰ ਤੇ। ਵੇਖੋ ਹਰ ਬੰਦੇ ਨੂੰ ਉਹਦੀ ਆਪਣੀ ਆਸਥਾ, ਉਹਦਾ ਧਰਮ ਮੁਬਾਰਕ ਹੈ। ਗੁਰੂ ਕਲਗੀਧਰ ਪਿਤਾ ਨੇ ਸਾਨੂੰ ਨਿਤਨੇਮ ਦੇ ਵਿੱਚ ਇਹ ਗੱਲ ਦ੍ਰਿੜ ਕਰਾ ਦਿੱਤੀ ਹੈ ਕਿ ਸੰਤ ਸਮੂਹ ਅਨੇਕ ਮਤੀ ਕੇ। ਸੰਸਾਰ ਵਿੱਚ ਮਤ ਬਹੁਤ ਨੇ। ਵੇਖੋ ਨਾਵਣ ਕੋ ਤੀਰਥ ਕਣੇ, ਨਹਾਉਣਾ ਹੈ ਤੇ ਤੀਰਥ ਅਸਥਾਨ ਬਹੁਤ ਨੇ। ਪੂਜਣ ਕੋ ਬਹੁ ਦੇਵ, ਪੂਜਾ ਕਰਨੀ ਹੈ ਤੇ ਦੇਵੀ ਦੇਵਤੇ ਵੀ ਬੜੇ ਨੇ। ਪਰ ਕਹੋ ਕਬੀਰ ਛੂਟਣ ਨਹੀਂ। ਦੇਖੋ ਜੇ ਤਾਂ ਤੁਸੀਂ ਆਪਣੀ ਜ਼ਿੰਦਗੀ ਦੇ ਸਿਰਫ ਐਕਸਪੈਰੀਮੈਂਟ ਕਰਨੇ ਨੇ, ਤਜਰਬੇ ਕਰਨੇ ਨੇ, ਜਾਂ ਤੁਸੀਂ ਆਪਣੀ ਜ਼ਿੰਦਗੀ ਨੂੰ ਲੈਬੋਰਟਰੀ ਬਣਾਉਣਾ ਹੈ, ਇੱਕ ਲੈਬ ਬਣਾਉਣਾ ਹੈ ਜਿਹਦੇ ਵਿੱਚ ਵੱਖਰੇ ਵੱਖਰੇ ਕੈਮੀਕਲ ਪਾ ਕੇ ਇਹ ਪਤਾ ਕੀਤਾ ਜਾਏ ਵੀ ਇਹਨੂੰ ਇਹਦੇ ਵਿੱਚ ਪਾਈਏ ਤੇ ਕੀ ਬਣਦਾ, ਇਹਨੂੰ ਇਹਦੇ ਨਾਲ ਰਲਾਈਏ ਤੇ ਕੀ ਬਣਦਾ, ਫਿਰ ਤਾਂ ਠੀਕ ਹੈ, ਜੋ ਮਰਜ਼ੀ ਕਰੋ ਤੁਸੀਂ। ਪਰ ਜੇ ਆਪਾਂ ਸਮਝਦੇ ਹਾਂ ਵੀ ਜ਼ਿੰਦਗੀ ਤਾਂ ਬੜੀ ਛੋਟੀ ਹੈ, ਸਵਾਸ ਬੜੇ ਕੀਮਤੀ ਨੇ, ਔਰ ਸਾਡੇ ਕੋਲੇ ਪੂੰਜੀ ਵੀ ਇਹੋ ਹੀ ਹੈ, ਅਸੀਂ ਸਵਾਸਾਂ ਰੂਪੀ ਪੂੰਜੀ ਲੈ ਕੇ ਆਏ ਆ। ਬਾਕੀ ਜਿਹੜੀ ਪਰਾਲਬਧ ਹੈ ਇਹ ਪੂਰਬਲੇ ਕਰਮਾਂ ਦਾ ਇੱਕ ਸੰਯੋਗ ਹੈ। ਭਾਵੇਂ ਮਾਪਿਓ ਦੇ ਰੂਪ ਵਿੱਚ ਹੈ, ਭਾਵੇਂ ਸੁਖ ਸਮਰਿੱਧੀ ਦੇ ਰੂਪ ਵਿੱਚ ਹੈ, ਭਾਵੇਂ ਧਨ ਦੌਲਤ ਦੇ ਰੂਪ ਵਿੱਚ ਹੈ। ਜਿਹੜੀ ਸਾਡੇ ਕੋਲ ਪੂੰਜੀ ਉਹ ਸਵਾਸਾਂ ਰੂਪੀ ਪੂੰਜੀ ਹੈ, ਕਿਉਂਕਿ ਹਮ ਆਦਮੀ ਹਾਂ ਇੱਕਦਮੀ। ਤੇ ਗੁਰੂ ਨੇ ਸਾਡੇ ਤੇ ਬੜੀ ਕਿਰਪਾ ਕੀਤੀ। ਜੇ ਅਸੀਂ ਇਹ ਮੰਨ ਲਈਏ ਕਿ ਸਾਡੀ ਸਭ ਤੋਂ ਵੱਡੀ ਖੁਸ਼ਕਿਸਮਤੀ ਕੀ ਹੈ, ਸਾਡੀ ਸਭ ਤੋਂ ਵੱਡੀ ਖੁਸ਼ਕਿਸਮਤੀ ਇਹ ਵੀ ਸਾਡਾ ਗੁਰੂ ਨਾਨਕ ਹੈ। ਸਾਡਾ ਗੁਰੂ ਨਾਨਕ ਹੈ। ਦੁਨੀਆ ਦੇ ਲੋਕਾਂ ਨੂੰ ਐਸੇ ਐਸੇ ਗੁਰੂ ਮਿਲੇ ਨੇ ਕਿ ਸਿਰ ਝੁਕ ਗਏ, ਅੱਖਾਂ ਸ਼ਰਮਸਾਰ ਹੋ ਗਈਆਂ ਜਦੋਂ ਪਤਾ ਲੱਗਿਆ ਵੀ ਇਦਾਂ ਦੇ ਵੀ ਗੁਰੂ ਹੁੰਦੇ ਨੇ। ਔਰ ਇੱਕ ਗੱਲ ਯਾਦ ਰੱਖਣਾ, ਜਿਹਦੀ ਅਸਲ ਨਹੀਂ ਵਿਕਦੀ ਉਹਦੀ ਦੁਨੀਆ ਦੇ ਵਿੱਚ ਪਹਿਲੀ ਗੱਲ ਤੇ ਕੋਈ ਨਕਲ ਬਣਾਉਂਦਾ ਨਹੀਂ। ਜੇ ਬਣਾ ਲਵੇਗਾ ਤੇ ਉਹਨੂੰ ਮਿਲੇਗਾ ਕੁਝ ਨਹੀਂ, ਕਿਉਂਕਿ ਜਿਹੜਾ ਮਾਰਕਾ, ਜਿਹੜਾ ਲੋਗੋ, ਜਿਹੜਾ ਪ੍ਰੋਡਕਟ ਅਸਲੀ ਨਹੀਂ ਵਿਕਦਾ, ਹੁਣ ਉਹਦੀ ਕੋਈ ਨਕਲ ਬਣਾ ਕੇ ਵੇਚਣ ਦੀ ਖੇਚਲ ਕਰੇ ਤੇ ਮੂਰਖ ਹੀ ਹੋਏਗਾ। ਨਕਲ ਹਮੇਸ਼ਾ ਉਹਦੀ ਬਣਾਈ ਜਾਂਦੀ ਜਿਹਦਾ ਅਸਲ ਸੰਸਾਰ ਦੇ ਵਿੱਚ ਇੱਕ ਆਪਣਾ ਨਾਂ ਰੱਖਦਾ ਹੋਵੇ। ਔਰ ਅੱਜ ਤੁਸੀਂ ਵੇਖੇ ਕੋਈ ਵੀ ਵਿਅਕਤੀ ਗੁਰੂ ਤੋਂ ਘੱਟ ਹੈ ਹੀ ਨਹੀਂ ਹੈ। ਹਰ ਵਿਅਕਤੀ ਆਪਣੇ ਆਪ ਨੂੰ ਗੁਰੂ ਕਹਿੰਦਾ ਹੈ। ਔਰ ਗੁਰੂ ਹਰਗੋਬਿੰਦ ਪਿਤਾ ਮਹਾਰਾਜ ਨੇ ਸਾਡਾ ਇਹ ਭਰਮ ਨਿਵਾਰਿਆ ਸੀ। ਆਖਿਆ ਸੀ ਦੁਨੀਆ ਦੇ ਲੋਕੋ ਗੁਰੂ ਚਾਰ ਕਿਸਮ ਦੇ ਨੇ। ਗੁਰੂਆਂ ਦੀਆਂ ਵੀ ਵੈਰਾਈਟੀਆਂ ਨੇ, ਗੁਰੂਆਂ ਦੀਆਂ ਵੀ ਕਿਸਮਾਂ ਨੇ, ਗੁਰੂਆਂ ਦੀਆਂ ਵੀ ਜਾਤਾਂ ਨੇ, ਗੁਰੂ ਵੀ ਚਾਰ ਵੰਨਗੀਆਂ ਦੇ ਨੇ। ਭੁਲੇਖੇ 'ਚ ਨਾ ਪੈਣਾ। ਮਤਲਬ ਇੰਨਾ ਕੁਝ ਹੁੰਦਿਆਂ ਹੋਇਆਂ ਵੀ ਇਹਨੂੰ ਸਤਿਗੁਰੂ ਦੀ ਬਾਣੀ ਇਦਾਂ ਸਾਨੂੰ ਦੱਸਦੀ ਹੈ ਕਿ ਮਨ ਜਾਣਤ ਸਭ ਬਾਤ, ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ। ਇਹ ਜਾਣਦਿਆਂ ਹੋਇਆਂ ਕਿ ਗੁਰੂ ਤੋਂ ਬਿਨਾ ਗਤ ਨਹੀਂ, ਸ਼ਾਹ ਤੋਂ ਬਿਨਾ ਪਤ ਨਹੀਂ, ਫਿਰ ਇਹ ਵੀ ਪਤਾ ਹੋਵੇ ਕਿ ਗੁਰੂਆਂ ਦੀਆਂ ਵੀ ਅੱਗੋਂ ਜਾਤੀਆਂ ਨੇ ਭਾਈ, ਵੈਰਾਈਟੀਆਂ ਨੇ। ਗੁਰੂ ਦੀ ਨਕਲ ਬੜੀ ਆ ਚੁੱਕੀ ਹੈ ਮਾਰਕੀਟ ਵਿੱਚ, ਬਚ ਕੇ ਰਿਓ ਜੇ। ਪਰ ਇਹ ਸਾਰੇ ਕੁਝ ਦੇ ਬਾਵਜੂਦ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ। ਤਾਂ ਸਤਿਗੁਰੂ ਦੀ ਬਾਣੀ ਕਹਿੰਦੀ ਕਾਹੇ ਕੀ ਕੁਛਲਾਤ,
ਬੰਦਿਆ ਫਿਰ ਤੇਰੀ ਚਲਾਕੀ ਤਾਂ ਨਹੀਂ ਹੈ, ਨਾ ਇਹ ਤੇਰੀ ਸਿਆਣਪ ਹੈ, ਨਾ ਇਹ ਤੇਰੀ ਕੁਸ਼ਲਤਾ ਹੈ, ਨਾ ਤੇਰੀ ਚਤੁਰਾਈ ਹੈ। ਮਤ ਕਵੇਂ ਕਿ ਇਹ ਮੇਰੀ ਕਲੈਵਰਨੈਸ ਹੈ, ਨਾ, ਇਹ ਤੇ ਤੇਰੀ ਮੂਰਖਤਾ ਹੈ ਕਿ ਹਾਥ ਦੀਪ ਕੂਏ ਪਰ ਹੈ। ਉਹ ਬੰਦਿਆ ਹੱਥ ਵਿੱਚ ਦੀਵਾ ਹੋਵੇ ਤੇ ਤੂੰ ਖੂਹ ਵਿੱਚ ਡਿੱਗ ਪਵੇਂ ਤੇ ਫਿਰ ਕਵੇਂ ਜੀ ਵੇਖਿਆ ਮੈਂ ਕਿੰਨਾ ਚਲਾਕ ਆ, ਵੇਖਿਆ ਮੈਨੂੰ ਕਿੰਨੀ ਸ਼ਾਤਰਤਾ ਆਉਂਦੀ ਹੈ, ਵੇਖਿਆ ਮੈਂ ਕਿੰਨਾ ਚਤਰ ਆ, ਵੇਖਿਆ ਮੇਰੀ ਕਿੰਨੀ ਵੱਡੀ ਸਿਆਣਪ ਹੈ। ਇਹੋ ਜਿਹੇ ਬੰਦੇ ਤੁਹਾਨੂੰ ਮਿਲਣਗੇ ਜਿਨ੍ਹਾਂ ਨੇ ਆਪਣੀ ਇਸ ਚਤਰਾਈ ਦੇ ਕਾਰਨ ਸਭ ਕੁਝ ਆਪਣਾ ਗਵਾ ਲਿਆ, ਖਤਮ ਕਰ ਲਿਆ। ਸਾਨੂੰ ਉਹਨਾਂ ਲੋਕਾਂ ਮਗਰ ਨਹੀਂ ਜਾਣਾ। ਅੱਜ ਦਾ ਜਿਹੜਾ ਮੁੱਖ ਵਾਕ ਹੈ, ਕਿਉਂਕਿ ਸ਼ਬਦ ਦਾ ਸਵਰੂਪ ਵੱਡਾ ਹੈ, ਸਮੇਂ ਦੀ ਇੱਕ ਆਪਣੀ ਸੀਮਾ ਹੈ। ਆਪਾਂ ਯਤਨ ਕਰਾਂਗੇ ਕਿ ਇਸ ਸਮੇਂ ਦੇ ਵਿੱਚ ਆਪਾਂ ਇਸ ਸ਼ਬਦ ਦੇ ਭਾਵ ਨੂੰ ਸਮਝਦਿਆਂ ਹੋਇਆ, ਵੇਖੋ ਅਰਥ ਜਿਹੜੇ ਹੁੰਦੇ ਨੇ ਨਾ, ਉਹ ਬੜੇ ਥੋੜੇ ਸਮੇਂ ਦੇ ਵਿੱਚ ਕੀਤੇ ਜਾ ਸਕਦੇ ਨੇ। ਕਿਤੇ ਲਿਖੇ ਹੋਣ ਤੇ ਪੜ੍ਹੇ ਜਾ ਸਕਦੇ ਨੇ। ਜਿਵੇਂ ਮੈਂ ਵੀ ਦਰਬਾਰ ਸਾਹਿਬ ਤੋਂ ਬਾਹਰ ਆਇਆ ਤੇ ਜਿੱਥੇ ਸ਼੍ਰੀ ਮੁੱਖ ਵਾਕ ਲਿਖਿਆ ਹੁੰਦਾ ਉੱਥੇ ਨਾਲ ਅਰਥ ਵੀ ਲਿਖੇ ਹੋਏ ਨੇ। ਜਿੰਨਾ ਕੁ ਮੈਨੂੰ ਮੁੱਖ ਵਾਕ ਪੜ੍ਹਨ ਤੇ ਸਮਾਂ ਲੱਗਾ, ਉਹਨਾਂ ਕੀ ਅਰਥ ਪੜ੍ਹਨ ਤੇ ਸਮਾਂ ਲੱਗਾ। ਪਰ ਇਹਨੂੰ ਸਮਝਣ ਲਈ, ਇਹਨੂੰ ਆਪਣੇ ਅੰਤਿਕਰਨ ਵਿੱਚ, ਆਪਣੇ ਹਿਰਦੇ ਵਿੱਚ ਵਸਾਉਣ ਲਈ, ਕਿਉਂਕਿ ਅੱਜ ਜਿਹੜਾ ਸ਼ਬਦ ਹੈ ਨਾ, ਇਹ ਤੁਹਾਨੂੰ ਇਹ ਨਹੀਂ ਕਹਿੰਦਾ ਵੀ ਤੁਸੀਂ ਗੁਰੂ ਬਾਰੇ ਜਾਣੋ। ਸਤਿਗੁਰੂ ਕਹਿੰਦੇ ਇਸ ਤੋਂ ਅੱਗੇ ਚੱਲੋ ਭਾਈ। ਜਾਣਕਾਰੀ ਲਈ ਅੱਜ ਬਹੁਤ ਕੁਝ ਸਾਡੇ ਕੋਲ ਹੈ। ਜੇ ਆਪਾਂ ਕਹੀਏ ਨਾ ਨੌਲੇਜ ਦੀ ਗੱਲ, ਗਿਆਨ ਦੀ ਗੱਲ, ਇਹ ਤਾਂ ਲਾਇਬ੍ਰੇਰੀਆਂ ਵੀ ਭਰ ਗਈਆਂ ਤੇ ਅਕਲ ਦੇ ਘਰ ਵੀ ਭਰ ਗਏ। ਮਨੁੱਖ ਪੜ੍ਹ ਕੇ ਜਿਹੜਾ ਸਤਿਗੁਰੂ ਦੀ ਬਾਣੀ 'ਚ ਸ਼ਬਦ ਆਉਂਦਾ ਵੀ ਜੇਤਾ ਪੜ੍ਹਿਆ ਤੇਤਾ ਕੜਿਆ, ਬਹੁਤ ਤੀਰਥ ਭਵਿਆ ਤੇਤੋਂ ਲਵਿਆ। ਜਿੰਨੀ ਤੀਰਥਾਂ ਦੀ ਯਾਤਰਾ ਕੀਤੀ ਤੇ ਓਨਾ ਹੀ ਉਸਨੇ ਕਾਂਕਾਂ ਵੀ ਕਰ ਲਈ। ਬੋਲ ਕੇ ਲੋਕਾਂ ਨੂੰ ਕਿਹਾ ਮੈਂ ਉੱਥੇ ਵੀ ਗਿਆ, ਮੈਂ ਉੱਥੇ ਵੀ ਗਿਆ, ਮੈਂ ਉੱਥੇ ਵੀ ਗਿਆ। ਤੋ ਸਤਿਗੁਰੂ ਅੱਜ ਸਾਡਾ ਮਾਰਗ ਦਰਸ਼ਨ ਕਰਦੇ ਨੇ। ਹਾਂਜੀ, ਸਤਨਾਮ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾ। ਸਾਜਨ ਪੁਰਖ ਸਤਿਗੁਰ ਮੇਰਾ ਪੂਰਾ, ਤਿਸ ਬਿਨ ਅਵਰ ਨ ਜਾਣਾ ਰਾਮ। ਮੇਰਾ ਸਤਿਗੁਰੂ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਕਹਿੰਦੇ ਨੇ ਬੜਾ ਸੱਜਣ ਹੈ ਉਹ ਤਾਂ। ਪਰ ਹੁਣ ਸੱਜਣ ਦੀ ਸਾਨੂੰ ਪਹਿਚਾਣ ਹੋਵੇ, ਪਰਿਭਾਸ਼ਾ ਪਤਾ ਹੋਵੇ, ਸੱਜਣ ਦੇ ਪ੍ਰਤੀ ਸਾਡਾ ਗਿਆਨ ਠੀਕ ਹੋਵੇ, ਜਾਣਕਾਰੀ ਠੀਕ ਹੋਵੇ। ਸੱਜਣ ਕਹਿੰਦੇ ਕਿਹਨੂੰ ਨੇ? ਉਚੇਚੇ ਤੌਰ ਤੇ ਗੁਰੂ ਨਾਨਕ ਸਾਹਿਬ ਤਲੰਬੇ ਪਿੰਡ ਗਏ ਸਨ। ਸਾਨੂੰ ਸੋਝੀ ਦੇਣ ਵਾਸਤੇ ਕਿ ਕਦੇ ਉਸ ਗੁਰੂ ਦੀ ਕਰਨੀ ਨੂੰ ਅਸੀਂ ਧਿਆਨ ਵਿੱਚ ਲੈ ਕੇ ਆਂਦਾ। ਅਸੀਂ ਸਿਰਫ ਗੁਰੂ ਦੀ ਮੂਰਤ ਵਿੱਚ ਉਲਝੇ ਹੋਏ ਹਾਂ। ਕਿਸੇ ਮਸ਼ੱਬਰ ਨੇ ਇਦਾਂ ਦੀ ਬਣਾਤੀ, ਕਿਸੇ ਨੇ ਉਦਾਂ ਦੀ ਬਣਾਤੀ, ਕਿਸੇ ਨੇ ਹੋਰ ਤਰ੍ਹਾਂ ਦੀ ਬਣਾਤੀ, ਕਿਸੇ ਨੇ ਹੋਰ ਤਰ੍ਹਾਂ ਦੀ ਬਣਾਤੀ। ਅਸੀਂ ਕਿਸੇ ਨੂੰ ਕਿਹਾ ਵੀ ਇਹ ਜ਼ਿਆਦਾ ਅਸਲੀ ਲੱਗਦੀ ਹੈ। ਗੁਰ ਮੂਰਤ ਗੁਰ ਸ਼ਬਦ ਹੈ। ਅਸਲੀ ਤਸਵੀਰ ਗੁਰੂ ਦੀ, ਗੁਰੂ ਕੀ ਬਾਣੀ ਹੈ ਭਾਈ। ਐਸਾ ਮਹਾਨ ਸਤਿਗੁਰੂ ਜਿਹੜਾ 70 ਸਾਲ ਦੀ ਆਜੂ ਲੈ ਕੇ ਇਸ ਧਰਤੀ ਤੇ ਆਉਂਦਾ ਹੈ ਔਰ 21 ਸਾਲ ਉਹ ਮਨੁੱਖਤਾ ਨੂੰ, ਮਾਨਵਤਾ ਨੂੰ, ਮਖਲੂਕ ਨੂੰ, ਆਵਾਮ ਨੂੰ ਦਿੰਦਾ ਹੈ, ਸੰਸਾਰ ਨੂੰ ਦਿੰਦਾ ਹੈ ਕਿ ਸੰਸਾਰ ਦੀ ਮੁਕਤੀ ਹੋ ਜਾਏ, ਸੰਸਾਰ ਨੂੰ ਕੋਈ ਮਾਰਗਦਰਸ਼ਨ ਪ੍ਰਾਪਤ ਹੋ ਜਾਏ। ਔਰ ਜਿੱਥੇ ਜਿੱਥੇ ਗੁਰੂ ਜੀ ਗਏ ਨੇ
ਤੁਸੀਂ ਨਾ ਕਈ ਵਾਰੀ ਕਿਤਾਬ ਪੜ੍ਹੋ ਨਾ ਤੇ ਤੁਸੀਂ ਵੇਖਿਆ ਹੋਏਗਾ ਕੁਝ ਸਿੱਖਣ ਵਾਲੇ ਲੋਕ ਜਿਹੜੇ ਹੁੰਦੇ ਨੇ ਉਹ ਇੱਕ ਮਾਰਕਿੰਗ ਵਾਸਤੇ ਇੱਕ ਪੈਨ ਰੱਖਦੇ ਨੇ ਆਪਣੇ ਕੋਲ। ਜਿਹੜੇ ਜਿਹੜੇ ਪੈਰਾਗ੍ਰਾਫ ਚੰਗੇ ਲੱਗਣ, ਪੈਰੇ ਚੰਗੇ ਲੱਗਣ, ਗੱਲਾਂ ਚੰਗੀਆਂ ਲੱਗਣ, ਉਹਦੇ ਉੱਤੇ ਨਾ ਉਹ ਰੰਗ ਵਾਲਾ ਪੈਨ ਲਾ ਕੇ ਨਾ ਨਿਸ਼ਾਨੀ ਲਾ ਲੈਂਦੇ। ਕਈਆਂ ਨੇ ਡਾਇਰੀ ਰੱਖੀ ਹੁੰਦੀ, ਕਾਪੀ ਪੈਨ ਰੱਖਿਆ ਹੁੰਦਾ। ਸਵਾਲ ਇਹ ਨਹੀਂ ਕਿ ਕਿਤਾਬ 400 ਪੇਜ ਦੀ ਹੈ, ਪੰਨਿਆਂ ਦੀ ਹੈ, 500 600 1200 ਪੰਨਿਆਂ ਦੀ ਹੈ। ਸਵਾਲ ਇਹ ਵੀ ਉਹਦੇ 'ਚ ਕੀਮਤੀ ਗੱਲਾਂ ਜਿਹੜੀਆਂ ਨੇ ਉਹਦੇ ਵਿੱਚ ਬੇਸ਼ਕੀਮਤੀ ਵਿਚਾਰ ਕਿੰਨੇ ਨੇ। ਕਿ ਕਦੇ ਆਪ ਜੀ ਨੇ ਜਾਣਨ ਦੀ ਕੋਸ਼ਿਸ਼ ਕੀਤੀ ਵੀ ਗੁਰੂ ਨਾਨਕ ਸਾਹਿਬ ਜਿੱਥੇ ਜਿੱਥੇ ਗਏ ਕਿਉਂ ਗਏ, ਉੱਥੇ ਹੀ ਜਾਣ ਦਾ ਵਿਸ਼ੇਸ਼ ਕਾਰਨ ਕੀ ਸੀ। ਵੇਖੋ ਭੂਮੀਏ ਚੋਰ ਕੋਲੇ ਗਏ, ਇਹਦਾ ਅਰਥ ਕੀ ਹੈ। ਹਰ ਚੋਰ ਕੋਲੇ ਕਿਉਂ ਨਹੀਂ ਗਏ? ਕੀ ਚੋਰ ਕੱਲਾ ਹੀ ਸੀ ਉਸ ਵੇਲੇ ਧਰਤੀ ਤੇ? ਕੱਲੇ ਸਾਜਨ ਠੱਗ ਕੋਲੇ ਕਿਉਂ ਗਏ? ਕਿ ਹੋਰ ਕੋਈ ਠੱਗ ਨਹੀਂ ਸੀ ਉਸ ਵੇਲੇ ਧਰਤੀ ਤੇ? ਕੱਲੇ ਕੌਡੇ ਰਾਖਸ਼ ਕੋਲ ਹੀ ਕਿਉਂ ਗਏ? ਕਿ ਹੋਰ ਕੋਈ ਰਾਖਸ਼ ਨਹੀਂ ਸੀ ਧਰਤੀ ਤੇ? ਉਦੋਂ ਰਾਖਸ਼ ਧਰਤੀ ਤੋਂ ਖਤਮ ਹੋ ਚੁੱਕੇ ਸੀ, ਇੱਕੋ ਬਚਿਆ ਸੀਗਾ? ਨਹੀਂ, ਇਹਦਾ ਕਾਰਨ ਹੈ। ਅੱਜ ਵੀ ਤੁਸੀਂ ਵੇਖੋ ਕ੍ਰਾਈਮ ਬੜੀ ਦੁਨੀਆ ਕਰਦੀ ਹੈ, ਪਰ ਕ੍ਰਾਈਮ ਦੇ ਵਿੱਚ ਵੀ ਉਹਦਾ ਕੋਈ ਮਾਸਟਰ ਮਾਈਂਡ ਵਿਰਲਾ ਵਿਰਲਾ ਹੀ ਹੁੰਦਾ ਹੈ। ਉਹਦਾ ਸਰਗਣਾ ਜਿਹਨੂੰ ਕਹਿੰਦੇ ਨੇ ਉਹ ਕੋਈ ਵਿਰਲਾ ਵਿਰਲਾ ਹੀ ਹੁੰਦਾ ਹੈ। ਜਿਵੇਂ ਹੁੰਦਾ ਨਾ ਵੀ ਇੱਕ ਤੇ ਬੁਰਾ ਹੁੰਦਾ, ਇੱਕ ਬੁਰੇ ਦੀ ਮਾਂ ਹੁੰਦੀ ਹੈ। ਸੱਚੇ ਪਾਤਸ਼ਾਹ ਸੱਜਣ ਠੱਗ ਕੋਲੇ ਗਏ ਔਰ ਸੱਜਣ ਠੱਗ ਦੇ ਕੋਲ ਜਾ ਕੇ ਜਿਹੜਾ ਸ਼ਬਦ ਉਹਨੂੰ ਸੁਣਾਇਆ ਉਹ ਸ਼ਬਦ ਹੀ ਇਹ ਸੀਗਾ ਕਿ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਿਸਨ। ਪਰ ਅਸੀਂ ਕੁਝ ਨਹੀਂ ਸਿੱਖਿਆ। ਹਾਂ, ਅਸੀਂ ਇੱਕ ਗੱਲ ਸਿੱਖ ਲਈ ਹੈ ਕਿ ਜਿਹਨੂੰ ਧਰਮ ਦੀ ਗਾਲੀ ਦੇਣੀ ਹੋਵੇ, ਧਰਮ ਦੀ ਗਾਲ ਕੱਢਣੀ ਹੋਵੇ, ਉਹਨੂੰ ਕਹਿ ਦਿਓ ਇਹ ਸੱਜਣ ਠੱਗ ਹੈ, ਇਹ ਭੂਮੀਆਂ ਚੋਰ ਹੈ, ਇਹ ਕੌਡਾ ਰਾਖਸ਼ ਹੈ, ਇਹ ਹਰਨਾਕਸ਼ ਹੈ। ਬਸ ਜਿਵੇਂ ਦੁਨਿਆਵੀ ਲੋਕ ਗਾਲਾਂ ਦਿੰਦੇ ਨੇ, ਕੋਈ ਮਾਂ ਦਾ ਲੈ ਕੇ, ਕੋਈ ਨਾਂ ਲੈ ਕੇ, ਕੋਈ ਧੀ ਦਾ, ਕੋਈ ਭੈਣ ਦਾ, ਲੋਕ ਇਦਾਂ ਗਾਲੀਆਂ ਦਿੰਦੇ ਨੇ। ਆਪਾਂ ਵੀ ਗਾਲਾਂ ਕੱਢਣ ਵਾਸਤੇ ਧਰਮ ਦੇ ਵਿੱਚੋਂ ਸ਼ਬਦ ਕੱਢ ਲੈ। ਕਿਸੇ ਨੂੰ ਠੱਗ ਕਹਿ ਦਿੱਤਾ, ਇਹ ਸੱਜਣ ਠੱਗ ਹੈ ਜੀ, ਇਹ ਭੂਮੀਆਂ ਚੋਰ ਹੈ ਜੀ, ਇਹ ਕੌਡਾ ਰਾਖਸ਼ ਹੈ ਜੀ, ਇਹ ਤੇ ਹਰਨਾਕਸ਼ ਹੈ ਜੀ, ਇਹ ਤੇ ਰਾਵਣ ਹੈ ਜੀ। ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਇੰਨੀ ਕੀ ਖੋਜ ਕੀਤੀ ਅਸੀਂ, ਬਸ ਇੰਨੀ ਕੀ ਸਾਡੀ ਪ੍ਰਾਪਤੀ ਹੈ ਵੀ ਅਸੀਂ ਦੁਨੀਆ ਤੋਂ ਵੱਖਰੇ ਹੋ ਕੇ ਅਸੀਂ ਲੜਨ ਵਾਸਤੇ ਆਪਣੇ ਵੱਖਰੇ ਇੰਸਟਰੂਮੈਂਟ ਤਿਆਰ ਕਰ ਲਏ। ਉਹ ਜਿਵੇਂ ਹੁੰਦਾ ਨਾ ਵੀ ਜਿਹੜੇ ਮਿਸਤਰੀ ਲੋਕ ਹੁੰਦੇ ਨੇ, ਉਹਨਾਂ ਦੀਆਂ ਚਾਬੀਆਂ, ਹਥੌੜੀਆਂ, ਪੇਚਕਸ, ਪਲਾਸ, ਉਹਨਾਂ ਦੇ ਵੱਖਰੇ ਔਜ਼ਾਰ ਹੁੰਦੇ ਨੇ। ਦੁਨੀਆਦਾਰਾਂ ਦੇ ਔਜ਼ਾਰ ਵੱਖਰੇ ਨੇ, ਅਸੀਂ ਵੱਖਰੇ ਕੱਢ ਲਏ। ਖਲੋਤੇ ਤਾਂ ਉੱਥੇ ਹੀ ਅਸੀਂ। ਸਾਨੂੰ ਸਮਝਣ ਦੀ ਲੋੜ ਇਹ ਸੀ ਕਿ ਦੁਨੀਆ ਦੇ ਲੋਕੋ ਸੱਜਣ ਨੂੰ ਪਛਾਣੋ। ਤੇ ਗੁਰੂ ਜੀ ਨੇ ਦੱਸਿਆ ਸੀ ਸੱਜਣ ਸੱਚਾ ਪਾਤਸ਼ਾਹ। ਸੱਚੇ ਪਾਤਸ਼ਾਹ ਤੋਂ ਬਿਨਾਂ ਸੱਜਣ ਕੋਈ ਨਹੀਂ ਹੈ। ਨਾ ਰੱਖਣ ਨਾਲ ਸੱਜਣ ਕੀ ਫਰਕ ਪੈਂਦਾ? ਤੁਸੀਂ ਕਿਸੇ ਨੂੰ ਕਹਿ ਦਿਓ ਮੇਰਾ ਸੱਜਣ ਹੈ, ਗੱਲੀ ਸੋ ਸੱਜਣ 20 ਦੇ ਅਰਥ ਤਾਂ ਆਉਂਦੇ ਨੇ ਨਾ, 18 19 20 ਗਿਣਤੀ ਹੈ। ਗੱਲੀ ਸੋ ਸੱਜਣ 20, ਇੱਕ ਢੁੱਡੇਂਦੀ ਨਾ ਲਹਾਂ। ਪਰ ਜੇ ਕਿਤੇ ਲੋੜ ਪੈ ਗਈ, ਕਿਤੇ ਕਿਹਾ ਵੀ ਵੀਰ ਮੈਨੂੰ ਖੂਨ ਦੀ ਲੋੜ ਹੈ, ਉਹਨੇ ਕਹਿਣਾ ਨਹੀਂ ਵੀਰ ਜੀ ਮੈਨੂੰ ਤੇ ਪਹਿਲਾਂ ਹੀ ਸ਼ੂਗਰ ਹੈ, ਤੁਹਾਨੂੰ ਬਲੱਡ ਦੀ ਬੋਤਲ ਦੇਣ ਕੋਈ ਨਹੀਂ ਆਏਗਾ। ਤੁਸੀਂ ਕਹਿ ਦਿਓ ਪੈਸਿਆਂ ਦੀ ਲੋੜ ਹੈ, ਉਹ ਕਹੇਗਾ ਨਹੀਂ ਮੇਰੇ ਤੇ ਖਾਤੇ ਪਹਿਲਾਂ ਹੀ ਖਾਲੀ ਨੇ। ਸਤਿਗੁਰੂ ਨੇ ਬਾਣੀ 'ਚ ਦੱਸਿਆ ਇਹ ਸੰਸਾਰੇ ਕੇ ਕੁਟੰਬ ਜੋ ਮਿੱਤਰ ਭਾਈ ਦੀਸੈ ਮਨ ਮੇਰੇ ਤੇ ਸਭ ਆਪਣੇ ਸੁਆਏ ਮਲਾਸਾ। ਇਹ ਸਵਾਰਥੀ ਟੋਲਾ ਹੈ, ਇੱਕ ਮਤਲਬੀ ਇੱਕ ਕੁਟੁੰਬ ਹੈ। ਜਿੰਨਾ ਚਿਰ ਤੁਸੀਂ ਇਹਨਾਂ ਦੇ ਕੰਮ ਕਰਦੇ ਰਹੋਗੇ
ਇਹ ਭਾਜੀ 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 ਦਾ ਇਹ ਜਾਪ ਕਰਦੇ ਰਹਿਣਗੇ। ਕਦੇ ਜਵਾਬ ਦੇ ਕੇ ਵੇਖਿਓ ਨਾ ਵੀ ਨਹੀਂ ਜੀ ਆਹ ਕੰਮ ਤੇ ਮੁਸ਼ਕਲ ਹੈ। ਹਾਂ ਹੁਣ ਵੱਡਾ ਬੰਦਾ ਹੋ ਗਿਆ ਹੈ, ਪਤਾ ਨਹੀਂ ਕੀ ਤੁਹਾਨੂੰ ਉਹ ਫਤਵੇ ਦੇਣਗੇ, ਕਿਹੜੇ ਕਿਹੜੇ ਸ਼ਬਦ ਤੁਹਾਡੇ ਵਾਸਤੇ ਉਹਨਾਂ ਨੇ ਸੰਭਾਲ ਕੇ ਰੱਖੇ ਹੋਏ ਨੇ। ਅੱਜ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਕਹਿੰਦੇ ਨੇ, ਸੰਸਾਰ ਦੇ ਲੋਕੋ ਸਾਜਨ ਪੁਰਖ ਸਤਗੁਰ ਮੇਰਾ ਪੂਰਾ। ਮੇਰਾ ਸਤਿਗੁਰੂ ਪੂਰਾ ਸਤਿਗੁਰੂ ਹੈ। ਮੇਰਾ ਸਤਿਗੁਰੂ ਸੱਜਣ ਹੈ, ਉਹ ਪੁਰਖ ਹੈ। ਤਿਸ ਬਿਨ ਅਵਰ ਨਾ ਜਾਣਾ RAM, ਮੈਂ ਇਸ ਤੋਂ ਬਿਨਾ ਕਿਸੇ ਨੂੰ ਨਹੀਂ ਜਾਣਦਾ। ਪਰ ਸਾਡੀ ਤੇ ਇੰਟਰੋਡਕਸ਼ਨ ਹੀ ਇੰਨੀ ਜ਼ਿਆਦੀ ਹੈ। ਸਾਨੂੰ ਪੁੱਛ ਕੇ ਵੇਖੋ ਸ਼ਰਾਬ ਕਿੱਥੇ ਚੜ੍ਹਦੀ ਹੈ, ਮੌਲੀਆਂ ਕਿੱਥੇ ਬੰਨੀ ਦੀਆਂ ਨੇ, ਨਾਰੀਅਲ ਕਿੱਥੇ ਚੜਾਈ ਦੇ ਨੇ। ਸਾਨੂੰ ਪੁੱਛ ਕੇ ਵੇਖੋ ਨਾ, ਕਿਹੜੀ ਨੌਲੇਜ ਨਹੀਂ ਸਾਨੂੰ, ਕਿਹੜਾ ਗਿਆਨ ਨਹੀਂ ਹੈ। ਪਰ ਇਹ ਗਿਆਨ ਠੀਕ ਨਹੀਂ ਹੈ, ਜਿਹੜਾ ਸਾਡੇ ਕੋਲ ਹੈ ਉਹ ਠੀਕ ਨਹੀਂ ਹੈ, ਉਹ ਠੀਕ ਨਹੀਂ ਹੈ। ਅਸਲ ਗਿਆਨ ਜਿਹੜਾ ਹੋਣਾ ਚਾਹੀਦਾ ਸੀ ਉਹ ਸਾਡੇ ਕੋਲ ਹੈ ਨਹੀਂ ਹੈ। ਗੁਰੂ ਅਰਜਨ ਦੇਵ ਪਿਤਾ ਮਹਾਰਾਜ ਕਹਿੰਦੇ ਨੇ, ਸੱਜਣ ਪੁਰਖ ਕੇਵਲ ਤੇ ਕੇਵਲ ਸਤਿਗੁਰੂ ਹੈ। ਮੇਰਾ ਸਤਿਗੁਰੂ ਪੂਰਾ ਸਤਿਗੁਰੂ। ਅਗਲੀ ਗੱਲ ਸਤਿਗੁਰੂ ਕਹਿੰਦੇ ਨੇ, ਤਿਸ ਬਿਨ ਅਵਰ ਨਾ ਜਾਣਾ RAM, ਮੈਂ ਜਾਣਦਾ ਹੀ ਨਹੀਂ ਕਿਸੇ ਨੂੰ। ਪੜੋ ਗੁਰੂ ਕਲਗੀਧਰ ਪਿਤਾ ਦੇ ਬਚਨੋਂ, ਕਹਿੰਦੇ ਕਿਸ਼ਨ ਬਿਸ਼ਨ ਕਬਹੂ ਨਾ ਧਿਆਉ। ਫਿਰ ਕਿਵੇਂ? ਕਹਿੰਦੇ ਕਾਨ ਸੁਣੇ ਪਹਿਚਾਨ ਨਾ ਤੋਸੋ। ਹਾਂ ਸੁਣਿਆ ਕੰਨਾਂ ਨਾਲ, ਵੱਖਰੇ ਵੱਖਰੇ ਯੁੱਗਾਂ ਦੇ ਅਵਤਾਰ ਹੋਏ ਨੇ, ਮੁਬਾਰਕ ਹੈ। ਪਰ ਮੈਂ ਨਹੀਂ ਸਿਮਰਦਾ, ਮੈਂ ਨਹੀਂ ਯਾਦ ਕਰਦਾ। ਇਹਦਾ ਅਰਥ ਨਹੀਂ ਹੁੰਦਾ ਕਿ ਆਪਾਂ ਕਿਸੇ ਦੂਜੇ ਦੇ ਧਰਮ ਨੂੰ ਛੁਟਿਆਉਣ ਦੀ ਕੋਸ਼ਿਸ਼ ਕਰਨੀ ਹੈ। ਆਪਾਂ ਨੂੰ ਲੋੜ ਆਪਣੇ ਧਰਮ ਨੂੰ ਸੰਭਾਲਣ ਦੀ ਹੈ। ਮੈਂ ਤਾਂ ਰੋਜ਼ ਬੇਨਤੀ ਕਰਦਾ, ਬੰਗਲਾ ਸਾਹਿਬ ਬੈਠ ਕੇ, ਪੜ੍ਹਾਈ ਤੁਹਾਡੇ ਬੱਚੇ ਨੇ ਆਪਣੀ ਕੀਤੀ, ਸਾਰਾ ਪਿੰਡ ਕਹਿੰਦਾ ਉਹਨਾਂ ਦਾ ਬੱਚਾ ਬੜਾ ਚੰਗਾ ਹੈ। ਅੱਗੋਂ ਨੇ ਨੌਕਰੀ ਕੀਤੀ, ਕਮਾਈ ਕੀਤੀ, ਕਮਾਈ ਉਹਨੇ ਆਪਣੀ ਕੀਤੀ, ਸਾਰਾ ਪਿੰਡ ਕਹਿੰਦਾ ਉਹਨਾਂ ਦਾ ਬੱਚਾ ਬੜਾ ਲਾਇਕ ਹੈ। ਪੁੱਛੋ ਵੀ ਤੁਹਾਨੂੰ ਚਾਕਲੇਟ ਦਿੰਦਾ ਹੈ? ਤੁਹਾਨੂੰ ਕੋਈ 2-2 4-4 ਕੇਲੇ ਸੇਬ ਘੱਲਦਾ ਹੈ? ਨਹੀਂ। ਫਿਰ ਇੱਕ ਬੱਚਾ ਐਸਾ ਵੀ ਹੈ, ਉਹ ਸ਼ਰਾਬ ਪੀਂਦਾ ਹੈ, ਨਸ਼ੇ ਕਰਦਾ ਹੈ, ਘਰ ਕੁੱਟਮਾਰ ਕਰਦਾ ਹੈ, ਘਰ ਦੀਆਂ ਚੀਜ਼ਾਂ ਵੇਚ ਆਉਂਦਾ ਹੈ, ਸਾਰਾ ਪਿੰਡ ਉਹਨਾਂ ਦਾ ਤੇ ਜੀ ਬੱਚਾ ਬੜਾ ਹੀ ਮਾੜਾ ਹੈ। ਪੁੱਛੋ ਵੀ ਤੁਹਾਡੇ ਭਾਂਡੇ ਵੇਚਦਾ ਹੈ? ਨਹੀਂ ਜੀ। ਤੁਹਾਡੀ ਮਾਂ ਨੂੰ, ਤੁਹਾਡੇ ਪਿਤਾ ਨੂੰ, ਤੁਹਾਡੇ ਕਿਸੇ ਭੈਣ ਭਰਾ ਨੂੰ ਆ ਕੇ ਕੋਈ ਮਾੜਾ ਬੋਲਦਾ ਹੈ? ਨਹੀਂ ਜੀ। ਫਿਰ ਦੱਸੋ, ਜੋ ਤੁਹਾਡਾ ਕੁਝ ਨਹੀਂ ਵਿਗਾੜਦਾ ਤੇ ਤੁਸੀਂ ਕਿਸੇ ਦੇ ਬੱਚੇ ਦੇ ਮਗਰ ਹੱਥ ਧੋ ਕੇ ਕਿਉਂ ਪੈ ਗਏ ਹੋ? ਨਹੀਂ, ਇਹ ਕੁਦਰਤ ਦਾ ਇੱਕ ਨਿਯਮ ਹੈ। ਇਹ ਕੁਦਰਤ ਦਾ ਇੱਕ ਨਿਯਮ ਹੈ। ਆਪੇ ਆਪ ਨੂੰ ਸਵਾਰੋਗੇ ਦੁਨੀਆ ਚੰਗਾ ਕਵੇਗੀ, ਆਪੇ ਨੂੰ ਵਿਗਾੜੋਗੇ ਦੁਨੀਆ ਤੁਹਾਨੂੰ ਮਾੜਾ ਕਵੇਗੀ। ਲੈਣਾ ਦੇਣਾ ਕਿਸੇ ਨੇ ਕੁਝ ਨਹੀਂ ਹੈ। ਚੰਗਾ ਕਿਸੇ ਨੂੰ ਦਿੰਦਾ ਕੋਈ ਨਹੀਂ, ਮਾੜਾ ਕਿਸੇ ਦਾ ਵਿਗਾੜਦਾ ਕੁਝ ਨਹੀਂ। ਮਾੜਾ ਵਿਗਾੜਦਾ ਤੇ ਆਪਣਾ ਵਿਗਾੜਦਾ, ਚੰਗਾ ਸਵਾਰਦਾ ਤੇ ਆਪਣਾ ਸਵਾਰਦਾ। ਤੁਸੀਂ ਆਪਣਾ ਆਪ ਸਵਾਰਨਾ ਸੀ। ਜਦੋਂ ਤੁਸੀਂ ਆਪਣਾ ਆਪ ਸਵਾਰੋਗੇ ਤਾਂ ਸੱਚੇ ਮਾਰਗ ਚੱਲਦੇ ਆ। ਉਸਤਤ ਕਰੇ ਜਹਾਨ, ਦੁਨੀਆ ਤੁਹਾਡੀ ਸ਼ੋਭਾ ਕਰੇਗੀ, ਦੁਨੀਆ ਤੁਹਾਡਾ ਮਾਣ ਕਰੇਗੀ ਭਾਈ। ਸੋ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਕਹਿੰਦੇ ਨੇ, ਮੇਰਾ ਸਤਿਗੁਰੂ ਸੱਜਣ ਹੈ, ਪੂਰਾ ਹੈ। ਮੈਂ ਆਪਣੇ ਗੁਰੂ ਤੋਂ ਬਿਨਾਂ ਕਿਸੇ ਨੂੰ ਨਹੀਂ ਜਾਣਦਾ। ਹੋਣਗੇ ਦੁਨੀਆ ਵਿੱਚ, ਆਪਾਂ ਕਿਉਂ ਕਹੀਏ ਨਹੀਂ ਹੈਗੇ ਜੀ, ਹੋਣਗੇ। ਬੜੇ ਬੜੇ ਅਵਤਾਰੀ ਪੁਰਖ ਵੀ ਹੋਣਗੇ, ਪੈਗੰਬਰੀ ਪੁਰਖ ਵੀ ਹੋਣਗੇ। ਪਰ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਕਹਿੰਦੇ, ਭਾਈ ਮੈਂ ਤੇ ਆਪਣੇ ਗੁਰੂ ਨੂੰ ਜਾਣਦਾ। ਗੁਰੂ ਮੇਰਾ ਪੂਰਾ ਹੈ, ਗੁਰੂ ਮੇਰਾ ਸੱਜਣ ਹੈ। ਹਾਂਜੀ। ਮਾਤ ਪਿਤਾ ਭਾਈ ਸੁਤ ਬੰਦਪ,
ਜੀ ਪ੍ਰਾਨ ਮਨ ਭਾਣਾ ਰਾਮ। ਗੁਰੂ ਮੇਰੇ ਵਾਸਤੇ ਇੰਨਾ ਪਿਆਰਾ ਹੈ, ਜਿਵੇਂ ਮਾਂ ਪਿਆਰੀ ਹੈ, ਜਿਵੇਂ ਪਿਤਾ ਪਿਆਰਾ ਹੈ, ਜਿਵੇਂ ਭਰਾ ਪਿਆਰਾ ਹੈ, ਜਿਵੇਂ ਪੁੱਤਰ ਪਿਆਰਾ ਹੈ, ਜਿਵੇਂ ਰਿਸ਼ਤੇਦਾਰ ਪਿਆਰੇ ਨੇ, ਜਿਵੇਂ ਮੈਨੂੰ ਆਪਣੇ ਸਵਾਸ ਪਿਆਰੇ ਨੇ। ਮੈਂ ਆਪਣੇ ਗੁਰੂ ਨੂੰ ਇੰਨਾ ਪਿਆਰ ਕਰਦਾ, ਇਸ ਕਦਰ ਮੈਂ ਆਪਣੇ ਗੁਰੂ ਨੂੰ ਦੇ ਨਾਲ ਮੈਂ ਆਪਣੀ ਸਾਂਝ ਬਣਾਈ ਹੈ। ਹਾਂਜੀ। ਜੀਉ ਪਿੰਡ ਸਭ ਤਿਸ ਕਾ ਦੀਆ, ਸਰਬ ਗੁਣਾ ਪਰ ਪੂਰੇ। ਮੈਨੂੰ ਗੁਰੂ ਨੇ ਦੱਸਿਆ ਕਿ ਬੰਦਿਆ, ਇਹ ਜਿੰਦ ਤੇ ਸਰੀਰ ਜਿਉ ਪਾਏ ਪਿੰਡ ਜਿਨ ਸਾਜਿਆ, ਇਹ ਉਸ ਵਾਹਿਗੁਰੂ ਦੀ ਕਰਾਮਾਤ ਹੈ। ਉਹ ਪਰਮਾਤਮਾ ਜਿਹੜਾ ਹੈ ਉਹ ਸਾਰੇ ਗੁਣਾਂ ਵਿੱਚ ਭਰਪੂਰ ਹੈ। ਜਿੰਨੀਆਂ ਚੰਗਿਆਈਆਂ ਨੇ ਧਰਤੀ ਤੇ, ਉਹ ਸਾਰੀਆਂ ਰੱਬ ਦੀਆਂ ਨੇ। ਹਾਂਜੀ। ਅੰਤਰਜਾਮੀ ਸੋ ਪ੍ਰਭ ਮੇਰਾ, ਸਰਬ ਰਹਿਆ ਪਰ ਪੂਰੇ। ਗੁਰੂ ਨੇ ਦੱਸਿਆ ਹੈ ਵੀ ਪਰਮਾਤਮਾ ਅੰਤਰਜਾਮੀ ਹੈ। ਜਿਹੜਾ ਅੰਤਰਜਾਮੀ ਹੈ, ਕਹਿੰਦੇ ਉਹ ਮੇਰਾ ਪ੍ਰਭੂ ਹੈ। ਉਹ ਸਾਰੀਆਂ ਥਾਵਾਂ ਤੇ ਰਮਿਆ ਹੋਇਆ ਹੈ। ਮੈਨੂੰ ਇੱਕ ਸੱਜਣ ਨੇ ਕੱਲ ਟੈਲੀਫੋਨ ਕੀਤਾ, ਕਹਿੰਦਾ ਗਿਆਨੀ ਜੀ ਦੋ ਗੱਲਾਂ ਨੇ। ਇੱਕ ਹੈ ਕਿ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਦੂਜੀ ਹੈ ਕਿ ਬਿਨ ਬੋਲਿਆ ਸਭ ਕੁਛ ਜਾਣਦਾ। ਕਹਿੰਦਾ ਜੀ ਮੈਂ ਬੜਾ ਕਨਫਿਊਜ਼ ਆ, ਮੈਂ ਇਹਦੇ ਵਿੱਚ ਗਵਾਚ ਗਿਆ ਵੀ ਕੀ ਅਰਦਾਸ ਕਰਨੀ ਚਾਹੀਦੀ ਕਿ ਨਹੀਂ ਕਰਨੀ ਚਾਹੀਦੀ। ਮੈਂ ਕਿਹਾ ਭਾਈ ਗੱਲ ਸਿੱਧੀ ਹੈ, ਹੁਣ ਤੂੰ ਦੱਸ। ਜੇ ਤੇ ਤੂੰ ਸਮਝਦਾ ਹੈ ਵੀ ਰੱਬ ਅੰਤਰਜਾਮੀ ਹੈ ਤੇ ਲੋੜ ਕੋਈ ਨਹੀਂ। ਦੋਨੋਂ ਗੱਲਾਂ ਨੇ, ਤੈਨੂੰ ਰੱਬ ਨੇ ਦੋਨੋਂ ਆਪਸ਼ਨ ਦਿੱਤੀਆਂ ਨੇ। ਜੇ ਤੂੰ ਮੰਨਦਾ ਹੈ ਕਿ ਬਿਨ ਬੋਲਿਆ ਸਭ ਕੁਛ ਜਾਣਦਾ, ਤੇ ਲੋੜ ਹੀ ਨਹੀਂ ਅਰਦਾਸ ਕਰਨ ਦੀ, ਬੇਨਤੀ ਕਰਨ ਦੀ ਲੋੜ ਹੀ ਨਹੀਂ। ਜਾ ਕੇ ਮੱਥਾ ਟੇਕ, ਹੱਥ ਜੋੜ, ਸੰਗਤ ਵਿੱਚ ਬੈਠ, ਉਹਦੀ ਇਬਾਦਤ ਕਰ। ਪਰ ਜੇ ਤੂੰ ਸੋਚਦਾ ਹੈ ਕਿ ਨਹੀਂ ਮੈਨੂੰ ਘਰ ਚਾਹੀਦਾ ਹੈ, ਮੈਨੂੰ ਪੁੱਤਰ ਚਾਹੀਦਾ ਹੈ, ਮੈਨੂੰ ਸਿਹਤ ਚਾਹੀਦੀ ਹੈ, ਮੈਨੂੰ ਗੁਰੂ ਨਾਲ ਪਿਆਰ ਚਾਹੀਦਾ ਹੈ, ਮੈਨੂੰ ਅੰਮ੍ਰਿਤ ਚਾਹੀਦਾ ਹੈ, ਤੇ ਫਿਰ ਅਰਦਾਸ ਕਰ ਲੈ। ਅਰਦਾਸ ਦਾ ਅਰਥ ਕੀ ਹੈ? ਅਰਜ ਦਸਤ, ਦੋ ਹੱਥ ਜੋੜ ਕੇ ਬੇਨਤੀ ਕਰਨੀ ਵੀ ਜੇ ਤੇਰੀ ਕੋਈ ਰਿਕੁਆਇਰਮੈਂਟ ਹੈ ਤੇ ਅਰਦਾਸ ਕਰ ਲੈ, ਉਹ ਵੀ ਹੱਕ ਹੈਗਾ ਤੇਰੇ ਕੋਲੇ। ਤੇ ਜੇ ਤੂੰ ਇਹ ਅਗਲੀ ਗੱਲ ਮਹਿਸੂਸ ਕਰਦਾ, ਉਸ ਤੋਂ ਅਗਲੀ ਗੱਲ ਵੀ ਮੈਂ ਤਾਂ ਦੱਸਾਂ, ਜੇ ਵਾਹਿਗੁਰੂ ਨੂੰ ਨਾ ਪਤਾ ਹੋਵੇ ਤੇ ਫਿਰ ਨਾ ਕਰ। ਤੁਹਾਨੂੰ ਇਹੋ ਜਿਹਾ ਧਰਮ ਕਿਤੇ ਮਿਲੇਗਾ? ਦੋਵੇਂ ਗੱਲਾਂ ਨੇ। ਜਦੋਂ ਤੁਹਾਡੀ ਅਵਸਥਾ ਉੱਚੀ ਹੋ ਜਾਏਗੀ, ਤੁਹਾਡੀ ਅਰਦਾਸ ਛੋਟੀ ਹੋ ਜਾਏਗੀ। ਇਹ ਚੇਤਾ ਰੱਖਣਾ। ਪਤਾ ਤੁਹਾਨੂੰ, ਜਿੰਨਾ ਵੱਡਾ ਬੰਦਾ ਹੁੰਦਾ ਹੈ ਉਹਨਾਂ ਐਡਰੈਸ ਛੋਟਾ ਹੁੰਦਾ ਹੈ। ਇਹ ਗੱਲ ਲਿਖ ਲਓ, ਲਿਖਣੀ ਹੈ ਤਾਂ। ਵੱਡੇ ਬੰਦੇ ਦਾ ਐਡਰੈਸ ਬੜਾ ਛੋਟਾ ਹੁੰਦਾ ਹੈ। ਡੀਸੀ ਅੰਮ੍ਰਿਤਸਰ ਲਿਖ ਦਿਓ ਬਸ, ਚਿੱਠੀ ਉਹਨਾਂ ਹੀ ਉਹਦਾ ਐਡਰੈਸ ਲੰਬਾ ਹੁੰਦਾ ਹੈ। ਪਿਓ ਦਾ ਨਾਂ ਵੀ ਲਿਖਣਾ ਪੈਣਾ ਹੈ, ਮਹੱਲੇ ਦਾ ਨਾਂ ਵੀ ਲਿਖਣਾ ਪੈਣਾ ਹੈ, ਫਿਰ ਇਹ ਵੀ ਲਿਖਣਾ ਪੈਣਾ ਹੈ ਨੀਅਰ ਕੀ ਹੈ, ਆਪੋਜਿਟ ਕੀ ਹੈ, ਗਲੀ ਨੰਬਰ ਵੀ ਲਿਖਣਾ ਪੈਣਾ ਹੈ, ਮਕਾਨ ਦਾ ਨੰਬਰ ਵੀ ਲਿਖਣਾ ਪੈਣਾ ਹੈ। ਜਿੰਨਾ ਆਦਮੀ ਛੋਟਾ ਹੋਏਗਾ ਉਹਨਾਂ ਐਡਰੈਸ ਵੱਡਾ ਹੋਏਗਾ, ਜਿੰਨਾ ਆਦਮੀ ਵੱਡਾ ਹੋਏਗਾ ਉਹਨਾਂ ਐਡਰੈਸ ਛੋਟਾ ਹੋਏਗਾ। ਅਗਲੀ ਗੱਲ, ਜਿੰਨੀ ਸੁਰਤੀ ਵੱਡੀ ਹੋਏਗੀ ਉਨੀ ਅਰਦਾਸ ਛੋਟੀ ਹੋ ਜਾਏਗੀ। ਇੱਕੋ ਹੀ ਗੱਲ ਕਹੋਗੇ ਜਦੋਂ ਆਓਗੇ ਬਾਬੇ ਦੇ ਅੱਗੇ, ਦਾਤਾ ਤੇਰਾ ਸ਼ੁਕਰ ਹੈ, ਬਸ। ਇਹ ਹੱਥ ਖੁੱਲਣਗੇ ਹੀ ਨਹੀਂ। ਸ਼ੁਕਰ ਦੀ ਕੋਈ ਵਿਆਖਿਆ ਹੀ ਨਹੀਂ ਹੈ। ਤੂੰ ਮੈਨੂੰ ਮਾਂ ਬਾਪ ਦਿੱਤੇ, ਧੀਆਂ ਪੁੱਤਰ ਦਿੱਤੇ, ਤੰਦਰੁਸਤੀ ਦਿੱਤੀ, ਮਾਣ ਪਦਵੀ ਦਿੱਤੀ, ਧਨ ਦੌਲਤ ਦਿੱਤੀ, ਸੱਜਣ ਮਿੱਤਰ ਚੰਗੇ ਦਿੱਤੇ, ਮੈਨੂੰ ਚੰਗੇ ਭੈਣ ਭਰਾ ਦਿੱਤੇ। ਇੱਕ ਗੱਲ ਵਿੱਚ ਹੀ ਸ਼ੁਕਰ ਹੈ। ਜਿਵੇਂ ਜਿਵੇਂ ਸੁਰਤੀ ਵੱਡੀ ਹੁੰਦੀ ਜਾਏਗੀ ਅਰਦਾਸ ਛੋਟੀ ਹੁੰਦੀ ਜਾਏਗੀ, ਤੇ ਜਿਵੇਂ ਜਿਵੇਂ ਸੁਰਤੀ ਛੋਟੀ ਹੈ ਪਤਾ ਨਹੀਂ ਕਿੰਨੀ ਕੁ ਲੰਬੀ ਅਰਦਾਸ ਹੋਏਗੀ। ਕਈ ਤਾਂ ਅੱਧਾ ਘੰਟਾ ਹਟਦੇ ਹੀ ਨਹੀਂ।
ਉਹ ਤਾਂ ਦੂਜਿਆਂ ਨੂੰ ਮੱਥਾ ਵੀ ਨਹੀਂ ਟੇਕਣ ਦਿੰਦੇ। ਉਹ ਤਾਂ ਇਵੇਂ ਹੀ ਹੁੰਦਾ ਜਿਵੇਂ ਅਫਸਰ ਦੇ ਬਾਹਰ ਬੰਦਾ ਖਲੋ ਕੇ ਕਵੇ ਨਹੀਂ ਜੀ ਹੁਣੇ ਬਸ ਸਾਰੇ ਕੰਮ ਕਰਕੇ ਦਿਓ ਮੈਨੂੰ ਤਾਂ। ਧਰਮ ਦਾ ਪਾਠ ਕੁਝ ਹੋਰ ਹੈ, ਧਰਮ ਦੀ ਦੁਨੀਆ ਕੁਝ ਹੋਰ ਹੈ, ਧਰਮ ਦਾ ਘਰ ਕਿਤੇ ਹੋਰ ਹੈ। ਜਦੋਂ ਤੁਸੀਂ ਇਸ ਰਸਤੇ ਤੇ ਤੁਰੋਗੇ ਤੁਹਾਡੇ ਕੋਲ ਦੋਨੋਂ ਹੱਕ ਨੇ, ਮੰਗ ਵੀ ਸਕਦੇ ਹੋ ਤੁਸੀਂ। ਦੋਸਤੋ ਅਗਲੀ ਅਵਸਥਾ ਵਿੱਚ ਜਦੋਂ ਚਲੇ ਜਾਓਗੇ ਫਿਰ ਤੁਹਾਨੂੰ ਮੰਗਣ ਦੀ ਲੋੜ ਵੀ ਨਹੀਂ ਪਵੇਗੀ। ਜੋ ਤੁਹਾਡਾ ਮਨ ਇਹ ਮੰਨਦਾ ਹੈ ਕਿ ਨਹੀਂ ਮੈਂ ਕਿਆ ਮੰਗੋ ਕਿ ਸਥਿਰ ਨਾ ਰਹਾਈ, ਫਿਰ ਜੀ ਕੀ ਬਿਰਥਾ ਜਿਹੜੀ ਹੈ ਉਹ ਪਿੱਛੇ ਰਹਿ ਜਾਏਗੀ, ਉਹਦੀ ਅਗਲੀ ਅਵਸਥਾ ਆ ਜਾਏਗੀ। ਸਤਿਗੁਰੂ ਮਹਾਰਾਜ ਇੱਥੇ ਸਮਝਾਉਂਦੇ ਨੇ ਕਿ ਅੰਤਰਜਾਮੀ ਸੋ ਪ੍ਰਭ ਮੇਰਾ ਸਰਬ ਰਿਹਾ ਭਰਪੂਰੇ। ਮੈਨੂੰ ਗੁਰੂ ਨੇ ਦੱਸ ਦਿੱਤਾ ਉਹ ਅੰਤਰਜਾਮੀ ਹੈ, ਉਹ ਜਰੇ ਜਰੇ ਵਿੱਚ ਵਿਆਪਕ ਹੈ, ਥਾਂ ਥਾਂ ਤੇ ਮੌਜੂਦ ਹੈ। ਜਿਵੇਂ ਆਪਾਂ ਕਿਤੇ ਜਾਣਾ ਹੋਵੇ ਤਾਂ ਆਪਾਂ ਕਹਿੰਦੇ ਭਾਜੀ ਉੱਥੇ ਕੋਈ ਬੰਦਾ ਹੈ, ਧਰਮੀ ਆਦਮੀ ਨੂੰ ਪੁੱਛਣ ਦੀ ਲੋੜ ਨਹੀਂ ਹੈ। ਉਹ ਕਹਿੰਦਾ ਹੈ ਕਿ ਤੂੰ ਸਭਨੀ ਥਾਈ ਜਿੱਥੇ ਹੋ ਜਾਈ। ਭਗਤ ਪ੍ਰਹਿਲਾਦ ਦੀ ਕਥਾ ਹੀ ਸਿਰਫ ਇੰਨੀ ਹੈ। ਬਾਪ ਕਹਿੰਦਾ ਹੈ ਮੈਂ ਤੈਨੂੰ ਪਹਾੜ ਤੋਂ ਸੁੱਟ ਕੇ ਮਾਰ ਦਿਆਂਗਾ, ਕਹਿੰਦਾ ਬਾਪੂ ਨਹੀਂ ਮਾਰ ਸਕਦਾ, ਤੂੰ ਤੋਂ ਸੁੱਟੇਗਾ, ਉਹ ਬਚਾਉਣ ਵਾਲਾ ਥੱਲੇ ਬੈਠਾ ਹੈ। ਉਹ ਕਹਿੰਦਾ ਮੈਂ ਤੈਨੂੰ ਪਾਣੀ 'ਚ ਡੋਬ ਕੇ ਮਾਰ ਦਿਆਂਗਾ, ਕਹਿੰਦਾ ਪਾਣੀ ਵਿੱਚ ਵੀ ਉਹ ਹੈ। ਕਹਿੰਦਾ ਤੈਨੂੰ ਅੱਗ ਵਿੱਚ ਸਾੜ ਕੇ ਮਾਰ ਦਿਆਂਗਾ, ਕਹਿੰਦਾ ਅੱਗ ਵਿੱਚ ਵੀ ਉਹ ਹੈ। ਭਗਤ ਪ੍ਰਹਿਲਾਦ ਦੀ ਕਥਾ ਇਹ ਹੈ ਕਿ ਭਗਤ ਪ੍ਰਹਿਲਾਦ ਨੇ ਸਫਲ ਜਨਮ ਹਰ ਜਨ ਕਾ ਉਪਜਿਆ, ਜਿਨ ਕੀਨੋ ਸੌਤ ਵਿਦਾਤਾ। ਹਰਨਾਕਸ਼ ਕਹਿੰਦਾ ਸੀ ਰੱਬ ਨਹੀਂ ਹੈਗਾ, ਭਗਤ ਪ੍ਰਹਿਲਾਦ ਕਹਿੰਦਾ ਸੀ ਹੈਗਾ ਹੀ ਨਹੀਂ, ਉਹ ਬਾਪੂ ਸਾਰੀਆਂ ਥਾਵਾਂ ਤੇ ਹੈ। ਬਸ ਇੰਨੀ ਕਥਾ ਹੈ। ਉਹ ਕਹਿੰਦਾ ਸੀ ਨਹੀਂ ਹੈਗਾ, ਮੈਂ ਹੀ ਮੈਂ ਆ, ਤੇ ਪੁੱਤ ਕਹਿੰਦਾ ਸੀ ਨਹੀਂ ਬਾਪੂ ਤੂੰ ਨਹੀਂ ਹੈ ਨਾ, ਪਰਮਾਤਮਾ ਹੀ ਪਰਮਾਤਮਾ ਹੈ, ਸਾਰੀਆਂ ਥਾਵਾਂ ਤੇ ਹੈ। ਹਾਂਜੀ, ਤਾਕੀ ਸਰਨ ਸਰਬ ਸੁਖ ਪਾਏ, ਹੋਈ ਸਰਬ ਕਲਿਆਣਾ। ਉਸ ਪਰਮਾਤਮਾ ਦੀ ਸ਼ਰਨ ਵਿੱਚ ਜਾਵਾਂਗੇ ਸੁਖ ਮਿਲੇਗਾ, ਸਰਬ ਕਲਿਆਣਤਾ ਹੋਵੇਗੀ। ਹਾਂਜੀ, ਸਦਾ ਸਦਾ ਪ੍ਰਭ ਕੋ ਬਲਿਹਾਰਾ, ਨਾਨਕ ਸਦ ਕੁਰਬਾਨਾ। ਗੁਰੂ ਅਰਜਨ ਦੇ ਪਿਤਾ ਵੱਡੇ ਸਤਿਗੁਰਾਂ ਦਾ ਨਾਮ ਦਰਜ ਕਰਦੇ ਨੇ, ਨਾਨਕ ਸਦ ਕੁਰਬਾਨਾ, ਕਿ ਮੈਂ ਦਾਸ ਨਾਨਕ ਉਸ ਪਰਮਾਤਮਾ ਤੋਂ ਸਦਾ ਕੁਰਬਾਨ ਜਾਣਾ, ਕਿਉਂਕਿ ਸਦਾ ਸਦਾ ਪ੍ਰਭ ਕੋ ਬਲਿਹਾਰੇ। ਇਹੋ ਜਿਹਾ ਸੱਜਣ, ਇਹੋ ਜਿਹਾ ਪਰਮਾਤਮਾ ਜਿਹੜਾ ਅੰਤਰਜਾਮੀ ਹੈ, ਜਿਹੜਾ ਹਰ ਜਗ੍ਹਾ ਤੇ ਮੌਜੂਦ ਹੈ, ਜਿਹੜਾ ਬਿਨਾਂ ਬੋਲਿਆਂ ਤੋਂ ਵੀ ਸਭ ਕੁਝ ਜਾਣਦਾ ਹੈ, ਜਿਹਨੂੰ ਭਲੇ ਬੁਰੇ ਦੀ ਹਰ ਪੀੜਾ ਦਾ ਪਤਾ ਹੈ, ਕਹਿੰਦੇ ਮੈਂ ਤਾਂ ਉਹਦੇ ਤੋਂ ਸਦਕੇ ਜਾਣਾ ਭਾਈ। ਹਾਂਜੀ, ਐਸਾ ਗੁਰ ਵਡ ਭਾਗੀ ਪਾਈਐ, ਜਿਤ ਮਿਲੈ ਪ੍ਰਭ ਜਾਪੈ ਰਾਮ। ਇਹੋ ਜਿਹਾ ਗੁਰੂ ਵੱਡੇ ਭਾਗਾਂ ਨਾਲ ਮਿਲੇਗਾ ਤੁਹਾਨੂੰ, ਨਹੀਂ ਤਾਂ ਪਖੰਡੀ ਮਿਲਣਗੇ, ਕਰਮਕਾਂਡੀ ਮਿਲਣਗੇ, ਤਾਂਤਰਿਕ ਮਿਲਣਗੇ, ਤੁਹਾਨੂੰ ਜੋਤਸ਼ੀ ਮਿਲ ਜਾਣਗੇ, ਤੁਹਾਨੂੰ ਭੁਲਾਉਣ ਵਾਲੇ ਮਿਲ ਜਾਣਗੇ, ਪਰ ਭੁੱਲਿਆਂ ਨੂੰ ਸਿੱਧੇ ਰਸਤੇ ਪਾਉਣ ਵਾਲੇ ਨਹੀਂ ਮਿਲਣਗੇ। ਬਹੁਤ ਵੱਡੀ ਖੁਸ਼ਕਿਸਮਤੀ ਹੋਵੇਗੀ ਤੇ ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਪ੍ਰਾਦ ਮਿਟੇ ਹਰ ਸੇਵਾ। ਐਸਾ ਗੁਰ ਵੱਡ ਭਾਗੀ ਪਾਈਐ, ਜਿਤ ਮਿਲਿਆ ਪ੍ਰਭ ਜਾਪੇ ਰਾਮ। ਐਸਾ ਗੁਰ ਵੱਡ ਭਾਗੀ ਪਾਇਆ, ਇਹ ਤਾਂ ਵੱਡੀ ਖੁਸ਼ਕਿਸਮਤੀ ਹੋਏਗੀ। ਜਿਵੇਂ ਤੁਸੀਂ ਨਿੱਕੀ ਨਿੱਕੀ ਚੀਜ਼ ਤੇ ਕਹਿੰਦੇ ਹੋ ਨਾ, ਇਹ ਮੇਰਾ ਲੱਕ ਸੀ, ਇਹ ਮੇਰੇ ਸਟਾਰ ਸਨ, ਇਹ ਮੇਰੀ ਖੁਸ਼ਕਿਸਮਤੀ ਸੀ ਕਿ ਆਹ ਚੀਜ਼ ਮੈਨੂੰ ਸਸਤੀ ਮਿਲ ਗਈ, ਵਧੀਆ ਮਿਲ ਗਈ, ਟਾਈਮ ਨਾਲ ਮਿਲ ਗਈ। ਜਿੱਦਣ ਬਹੁਤ ਵੱਡੀ ਖੁਸ਼ਕਿਸਮਤੀ ਹੋਏਗੀ ਉਦੋਂ ਤੁਹਾਨੂੰ ਗੁਰੂ ਮਿਲ ਜਾਏਗਾ। ਹਾਂਜੀ, ਜਨਮ ਜਨਮ ਕੀ ਕਿਲ ਵਿਖ ਉਤਰੇ, ਹਰ ਸੰਤ ਧੂੜੀ ਨਿਤ ਨਾਪੈ ਰਾਮ। ਜਿਸ ਗੁਰੂ ਦੀ ਕਿਰਪਾ ਨਾਲ ਜਨਮਾਂ ਜਨਮਾਂਤਰਾਂ ਦੇ ਪਾਪ ਉਤਰ ਗਏ, ਜਿਹਦੀ ਕਿਰਪਾ ਦੇ ਨਾਲ ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਧੂੜੀ ਪ੍ਰਾਪਤ ਹੋਈ। ਹਾਂਜੀ, ਹਰ ਧੂੜੀ ਨਹਾਈਐ, ਪ੍ਰਭੂ ਧਿਆਈਐ, ਬਾਹੁੜ ਜੋਨ ਨਾ ਆਈਐ। ਉਸ ਪਰਮੇਸ਼ਰ ਪਰਮਾਤਮਾ ਦੇ ਧੂੜੀ ਦੇ ਵਿੱਚ ਇਸ਼ਨਾਨ ਕਰਨਾ ਚਾਹੀਦਾ, ਉਸ ਪ੍ਰਭੂ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ। ਕਦੇ ਮੁੜ ਕੇ ਜਨਮਾਂ ਜਨਮਾਂਤਰਾਂ ਦੇ ਗੇੜ ਨਹੀਂ ਪੈਂਦੇ,
ਇਹ ਗੱਲ ਮੈਨੂੰ ਗੁਰੂ ਨੇ ਸਮਝਾਈ ਹੈ ਕਿ ਐਵੇਂ ਨਾ ਲੋਕਾਂ ਦੀਆਂ ਸੁਆਹ ਦੀਆਂ ਪੁੜੀਆਂ ਲੈ ਕੇ ਪਾਣੀ 'ਚ ਪਾ ਪਾ ਕੇ ਨਹਾਈ ਜਾਵੀਂ। ਜੇ ਨਹਾਉਣਾ ਹੈ ਤੇ ਹਰੀ ਦੀ ਧੂੜੀ ਵਿੱਚ ਨਹਾਉਣਾ ਹੈ, ਪਰਮੇਸ਼ਰ ਪਰਮਾਤਮਾ ਦੀ ਚਰਨ ਧੂੜ ਵਿੱਚ ਇਸ਼ਨਾਨ ਕਰਨਾ ਹੈ। ਹਾਂਜੀ, ਗੁਰ ਚਰਨੀ ਲਾਗੇ ਭ੍ਰਮ ਭਉ ਭਾਗੇ, ਮਨ ਚਿੰਦਿਆ ਫਲ ਪਾਈਆ। ਜਦੋਂ ਗੁਰੂ ਦੇ ਚਰਨਾਂ ਨਾਲ ਲੱਗੋਗੇ ਤਾਂ ਫਿਰ ਪ੍ਰਭੂ ਦੀ ਕਿਰਪਾ ਹੋ ਜਾਏਗੀ, ਭਰਮ ਚਲੇ ਜਾਣਗੇ, ਡਰ ਚਲੇ ਜਾਣਗੇ, ਮਨ ਇੱਛਤ ਫਲਾਂ ਦੀ ਪ੍ਰਾਪਤੀ ਵੀ ਹੋ ਜਾਏਗੀ ਜੋ ਤੁਸੀਂ ਚਾਹੁੰਦੇ ਹੋ। ਕਈ ਵਾਰੀ ਤੁਹਾਡੇ ਨਾਲ ਇਹ ਵਾਪਰਿਆ ਹੋਏਗਾ ਵੀ ਅੱਜ ਤੇ ਕਮਾਲ ਹੀ ਹੋ ਗਈ, ਮੇਰੇ ਮਨ ਵਿੱਚ ਫੁਰਨਾ ਆਇਆ ਤੇ ਚੀਜ਼ ਮਿਲ ਗਈ। ਅਸਲ ਉਧਰ ਤੁਸੀਂ ਕਿਤੇ ਰੱਬ ਦੇ ਬਹੁਤ ਨੇੜੇ ਸੀਗੇ, ਕਿਤੇ ਮਨ ਦੀ ਅਵਸਥਾ ਐਸੀ ਬਣੀ ਹੋਣੀ ਹੈ ਤੇ ਪ੍ਰਮਾਤਮਾ ਨੇ, ਕਿਉਂਕਿ ਉਹਦੇ ਘਰ ਵਿੱਚ ਕਹਿੰਦੇ ਨੇ ਦੇਰ ਹੈ ਅੰਧੇਰ ਨਹੀਂ ਹੈ, ਪਰ ਇਹ ਵੀ ਮੈਂ ਸਮਝਦਾ ਵੀ ਇਹ ਅਣਸੁਣੀਆਂ ਗੱਲਾਂ ਨੇ। ਰੱਬ ਕੌਣ ਹੈ ਜਿਹਦੇ ਘਰ ਵਿੱਚ ਨਾ ਦੇਰ ਹੈ ਤੇ ਨਾ ਅੰਧੇਰ ਹੈ। ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਸੱਜਣ ਠੱਗ ਨੂੰ ਸੱਜਣ ਬਣਾਉਂਦੇ ਆ, ਭੂਮੀਏ ਚੌਰ ਨੂੰ ਪ੍ਰਚਾਰਕ ਬਣਾਉਂਦੇ ਆ, ਕੌਡੇ ਰਾਖਸ਼ ਨੂੰ ਪ੍ਰਚਾਰਕ ਬਣਾਉਂਦੇ ਆ, ਬੰਦੇ ਬੈਰਾਗੀ ਨੂੰ ਬੰਦਾ ਸਿੰਘ ਬਹਾਦਰ ਬਣਾਉਂਦੇ ਆ। ਦੱਸੋਗੇ ਕਿੰਨੇ ਸਾਲ ਲੱਗੇ ਸੀ? ਨਾ, ਗੁਰੂ ਦੇ ਘਰ 'ਚ ਕਾਹਦੀ ਦੇਰੀ ਹੈ? ਉਹਦੀ ਤਾਂ ਨਜ਼ਰ ਹੋਣੀ ਚਾਹੀਦੀ ਹੈ। ਹਾਂਜੀ, ਹਰ ਗੁਣ ਨਿਤ ਗਾਏ ਨਾਮ ਧਿਆਏ, ਫਿਰ ਸੋਗ ਨਾਹੀ ਸੰਤਾਪੈ। ਹਰੀ ਦੇ ਗੁਣ ਗਾਓਗੇ, ਉਸ ਪ੍ਰਭੂ ਪਰਮਾਤਮਾ ਦਾ ਨਾਮ ਧਿਆਓਗੇ, ਜੀਵਨ ਵਿੱਚ ਕਦੇ ਸੋਗ ਨਹੀਂ, ਜਿਹਨੂੰ ਸ਼ੋਕ ਕਹਿੰਦੇ ਹੋ, ਗਮ ਹੀ ਨਹੀਂ ਤੇ ਡਿਪਰੈਸ਼ਨ ਕਿੱਥੋਂ ਹੈ? ਗਮ ਦੀ ਅਗਲੀ ਸਟੇਜ ਡਿਪਰੈਸ਼ਨ ਹੈ। ਅਗਰ ਬੰਦਾ ਖੁਸ਼ ਰਹਿੰਦਾ ਤੇ ਡਿਪਰੈਸ਼ਨ ਨਹੀਂ ਹੋ ਸਕਦਾ। ਕੋਈ ਸੋਗ ਗਮ ਦੇ ਵਿੱਚ ਚਲਾ ਜਾਏ ਆਦਮੀ, ਕੁਝ ਸਮਾਂ ਉਹਨੂੰ ਨਾ ਬਾਹਰ ਨਿਕਲਣ ਦਾ ਟਾਈਮ ਮਿਲੇ ਤੇ ਉਹਦੀ ਅਗਲੀ ਬਿਮਾਰੀ ਜਿਹੜੀ ਉਹ ਡਾਕਟਰਾਂ ਨੇ ਡਾਇਗਨੋਸ ਕੀਤੀ ਹੈ, ਕਹਿੰਦੇ ਭਾਈ ਇਹਨੂੰ ਡਿਪਰੈਸ਼ਨ ਹੋ ਗਿਆ। ਹਾਂਜੀ, ਨਾਨਕ ਸੋ ਪ੍ਰਭ ਜੀ ਕਾ ਦਾਤਾ, ਪੂਰਾ ਜਿਸ ਪਰਤਾਪੈ। ਗੁਰੂ ਅਰਜਨ ਦੇ ਪਿਤਾ ਫਿਰ ਵੱਡੇ ਸਤਿਗੁਰਾਂ ਦਾ ਨਾਮ ਦਰਜ ਕਰਦੇ ਨੇ ਕਿ ਪ੍ਰਭੂ ਜੀਵਨ ਦਾਨ ਦੇਣ ਵਾਲਾ ਹੈ, ਇਹ ਸਭ ਉਹਦਾ ਪ੍ਰਤਾਪ ਹੈ। ਹਾਂਜੀ, ਹਰ ਹਰੀ ਹਰ ਗੁਣ ਨਿਦੇ, ਹਰ ਸੰਤਨ ਕੈ ਵਸ ਆਏ RAM। ਉਸ ਹਰੀ ਪ੍ਰਮਾਤਮਾ ਦੇ ਗੁਣ, ਉਹ ਗੁਣਾਂ ਦਾ ਖਜ਼ਾਨਾ ਵਾਹਿਗੁਰੂ ਆਪ ਹੈ। ਹਰ ਸੰਤਨ ਕੈ ਵਸ ਆਏ RAM, ਉਹ ਪ੍ਰਮਾਤਮਾ ਹਮੇਸ਼ਾ ਭਗਤਾਂ ਦੇ ਵਸ ਵਿੱਚ ਰਹਿੰਦਾ। ਤੂੰ ਭਗਤਾਂ ਕੈ ਵਸ, ਭਗਤਾਂ ਤਾਣ ਤੇਰਾ। ਹਾਂਜੀ, ਸੰਤ ਚਰਨ ਗੁਰ ਸੇਵਾ ਲਾਗੇ, ਤਿਨੀ ਪਰਮ ਪਦ ਪਾਏ RAM। ਸੰਤ ਉਹ ਹੈ ਜਿਹੜਾ ਰੱਬ ਦੀ ਸੇਵਾ ਦੇ ਵਿੱਚ ਲੱਗਿਆ ਔਰ ਉਹਨੇ ਪਰਮ ਪਦਵੀ ਨੂੰ, ਉਹਨੇ ਚੌਥੀ ਅਵਸਥਾ ਨੂੰ ਪ੍ਰਾਪਤ ਕੀਤਾ ਹੈ। ਹਾਂਜੀ, ਪਰਮ ਪਦ ਪਾਇਆ ਆਪ ਮਿਟਾਇਆ, ਹਰ ਪੂਰਨ ਕਿਰਪਾ ਧਾਰੀ। ਜਿਨੇ ਪਰਮ ਪਦਵੀ ਨੂੰ ਪ੍ਰਾਪਤ ਕਰ ਲਿਆ, ਉਹਨੇ ਸਭ ਤੋਂ ਪਹਿਲਾਂ ਆਪਾ ਭਾਵ ਮਿਟਾਇਆ। ਜਿਨੇ ਆਪਾ ਭਾਵ ਮਟਾਇਆ, ਉਹਦੀ ਨਿਸ਼ਾਨੀ ਹੈ ਕਿ ਉਹਦੇ ਤੇ ਵਾਹਿਗੁਰੂ ਦੀ ਕਿਰਪਾ ਹੋ ਗਈ ਭਾਈ। ਹਾਂਜੀ, ਸਫਲ ਜਨਮ ਹੋਆ ਬਹੁ ਭਾਗਾ, ਹਰ ਭੇਟਿਆ ਏਕ ਮੁਰਾਰੀ। ਜਿਹਦਾ ਜਨਮ ਸਫਲ ਹੋ ਗਿਆ, ਜਿਹਦੇ ਜੀਵਨ ਵਿੱਚੋਂ ਭਉ ਡਰ ਖਤਮ ਹੋ ਗਿਆ, ਇਹ ਨਿਸ਼ਾਨੀ ਹੈ ਕਿ ਉਹਨੂੰ ਇੱਕ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਹੈ, ਉਹਨੂੰ ਹਰੀ ਵਾਹਿਗੁਰੂ ਆਪ ਮਿਲ ਗਿਆ ਹੈ। ਹਾਂਜੀ, ਜਿਸ ਕਾ ਸਾ ਤਿਨਹੀ ਮੇਲ ਲੀਆ, ਜੋਤੀ ਜੋਤ ਸਮਾਇਆ। ਜਿਹਦਾ ਸੀ ਉਸ ਪ੍ਰਭੂ ਨੇ ਆਪਣੇ ਨਾਲ ਮਿਲਾ ਲਿਆ। ਹਾਂ, ਤਾਂ ਅਸੀਂ ਰੱਬ ਦੇ ਬੰਦੇ ਹੀ ਆ ਨਾ, ਰੱਬ ਕੋਲੋਂ ਆਏ ਆ, ਰੱਬ ਕੋਲ ਵਾਪਸ ਜਾਣਾ ਹੈ। ਜਿਨ੍ਹਾਂ ਤੇ ਕਿਰਪਾ ਹੋ ਜਾਂਦੀ ਹੈ ਉਹ ਮਿਲ ਜਾਂਦੇ ਨੇ। ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ RAM, ਜੋਤੀ ਜੋਤ ਰਲੀ, ਸੰਪੂਰਨ ਥੀਆ RAM। ਤੇ ਜਿਨ੍ਹਾਂ ਤੇ ਨਹੀਂ ਕਿਰਪਾ ਹੁੰਦੀ, ਉਹ 84 ਲੱਖ ਜੂਨਾਂ ਦੇ ਗੇੜ ਵਿੱਚ ਪੈ ਜਾਂਦੇ ਨੇ। ਹਾਂਜੀ, ਨਾਨਕ ਨਾਮ ਨਿਰੰਜਨ ਜਪੀਆ,
ਮਿਲ ਸਤਿਗੁਰ ਸੁਖ ਪਾਇਆ। ਫਿਰ ਗੁਰੂ ਅਰਜਨ ਦੇ ਪਿਤਾ ਵੱਡੇ ਸਤਿਗੁਰਾਂ ਦਾ ਨਾਮ ਦਰਜ ਕਰਕੇ ਕਹਿੰਦੇ ਨੇ ਜਿਹੜਾ ਨਾਮ ਨਿਰੰਜਨ ਹੈ, ਜੇ ਇਹ ਜਪੀਏ ਮਿਲ ਸਤਿਗੁਰ ਸੁਖ ਪਾਇਆ। ਗੁਰੂ ਦੇ ਮਿਲਾਪ ਤੋਂ ਇਸ ਸੁਖ ਦੀ ਪ੍ਰਾਪਤੀ ਹੁੰਦੀ ਹੈ। ਹਾਂਜੀ, ਗਾਓ ਮੰਗਲੋ ਨਿਤ ਹਰ ਜਨੋ, ਪੁੰਨੀ ਇਸ ਸਬਾਈ ਰਾਮ। ਆਓ ਭਾਈ ਉਸ ਪ੍ਰਮਾਤਮਾ ਦੇ ਮੰਗਲ ਗਾਈਏ ਜਿਨੇ ਸਾਰੀਆਂ ਇੱਛਾ ਪੂਰੀਆਂ ਕਰ ਦਿੱਤੀਆਂ ਨੇ। ਅਸੀਂ ਰੋਜ਼ ਆਨੰਦ ਸਾਹਿਬ 'ਚ ਪੜ੍ਹਦੇ ਹਾਂ, ਇੱਛਾ ਸਭ ਪੁਜਾਈਆਂ, ਰੋਜ਼ ਪੜ੍ਹਦੇ ਹਾਂ ਅਸੀਂ। ਤੇ ਉਹ ਇੱਛਾ ਕੀ ਨੇ? ਪ੍ਰਮਾਤਮਾ ਦੀ ਪ੍ਰਾਪਤੀ ਹੋ ਗਈ। ਹਾਂਜੀ, ਰੰਗ ਰਤੇ ਆਪਣੇ ਸੁਆਮੀ ਸੇਤੀ, ਮਰੈ ਨ ਆਵੈ ਜਾਈ ਰਾਮ। ਫਿਰ ਉਹ ਜੀਵ ਮਰਦਾ ਨਹੀਂ, ਜੰਮਦਾ ਨਹੀਂ, ਉਹ ਆਪਣੇ ਪ੍ਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗਿਆ ਜਾਂਦਾ ਹੈ। ਹਾਂਜੀ, ਅਬਨਾਸੀ ਪਾਇਆ ਨਾਮ ਧਿਆਇਆ, ਸਗਲ ਮਨੋਰਥ ਪਾਏ। ਜਿਨ੍ਹਾਂ ਨੇ ਅਬਨਾਸ਼ੀ ਪ੍ਰਮਾਤਮਾ ਦੀ ਪ੍ਰਾਪਤੀ ਕੀਤੀ ਹੈ, ਪ੍ਰਮਾਤਮਾ ਨੂੰ ਸਿਮਰਿਆ ਹੈ, ਉਹਨਾਂ ਦੇ ਸਾਰੇ ਮਨੋਰਥ ਪੂਰੇ ਹੋ ਗਏ। ਹਾਂਜੀ, ਸਾਤ ਸਹਿਜ ਆਨੰਦ ਕਨੇਰੇ, ਗੁਰ ਚਰਨੀ ਮਨ ਲਾਏ। ਉਹਨਾਂ ਦੇ ਜੀਵਨ ਵਿੱਚ ਸ਼ਾਂਤੀ ਹੈ, ਸਹਿਜ ਹੈ, ਆਨੰਦ ਹੈ, ਜਿਨ੍ਹਾਂ ਨੇ ਗੁਰੂ ਚਰਨਾਂ ਦੇ ਨਾਲ ਆਪਣਾ ਮਨ ਜੋੜਿਆ ਹੈ। ਹਾਂਜੀ, ਪੂਰ ਰਹਿਆ ਘਟ ਘਟ ਅਬਿਨਾਸੀ, ਥਾਨ ਥਨੰਤਰ ਸਾਈ। ਪਰਮਾਤਮਾ ਹਰ ਹਿਰਦੇ ਵਿੱਚ ਵਿਆਪਕ ਹੈ, ਉਹ ਨਾਸ਼ ਰਹਿਤ ਹੈ। ਹਰ ਥਾਂ ਤੇ ਕੋਈ ਥਾਂ ਐਸੀ ਨਹੀਂ ਜਿੱਥੇ ਰੱਬ ਵਿਆਪਕ ਨਹੀਂ ਹੈ। ਉਹ ਜੈ ਜੈ ਪੇਖੋਂ ਤੈ ਹਜੂਰ, ਦੂਰ ਕਤੋ ਨਾ ਜਾਈ, ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ। ਹਾਂਜੀ, ਕਹੋ ਨਾਨਕ ਕਾਰਜ ਸਗਲੇ ਪੂਰੇ, ਗੁਰ ਚਰਨੀ ਮਨ ਲਾਈ। ਫਿਰ ਗੁਰੂ ਅਰਜਨ ਦੇ ਪਿਤਾ ਵੱਡੇ ਸਤਿਗੁਰਾਂ ਦਾ ਨਾਮ ਦਰਜ ਕਰਕੇ ਕਹਿੰਦੇ ਨੇ, ਕਾਰਜ ਸਗਲੇ ਪੂਰੇ, ਗੁਰ ਚਰਨੀ ਮਨ ਲਾਈ। ਗੁਰੂ ਦੇ ਚਰਨਾਂ ਨਾਲ ਮਨ ਜੋੜ, ਬੰਦਿਆ ਤੇਰੇ ਜੀਵਨ ਦੇ ਸਾਰੇ ਕਾਰਜ ਪੂਰੇ ਹੋ ਜਾਣਗੇ। ਕੋਈ ਜੀਵਨ ਵਿੱਚ ਕਮੀ ਨਹੀਂ ਰਹਿ ਜਾਏਗੀ। ਨਹੀਂ ਤਾਂ ਚੇਤਾ ਰੱਖਣਾ, ਬੰਦਾ ਹੀ ਪੂਰਾ ਹੁੰਦਾ, ਕੰਮ ਨਹੀਂ ਪੂਰੇ ਹੁੰਦੇ। ਜਦੋਂ ਮਰਦਾ ਆਪਾਂ ਇੱਕੋ ਗੱਲ ਕਹਿੰਦੇ ਜੀ ਪੂਰਾ ਹੋ ਗਿਆ ਹੈ, ਬਸ ਠੀਕ ਹੈ, ਇਹ ਪੂਰਾ ਹੋ ਗਿਆ ਹੈ। ਪਰ ਇਹ ਮਤ ਸੋਚਣਾ ਵੀ ਇਹਦੇ ਕੰਮ ਪੂਰੇ ਹੋ ਗਏ, ਨਹੀਂ, ਇਹਦੇ ਜੀਵਨ ਦੀ ਯਾਤਰਾ ਪੂਰੀ ਨਹੀਂ ਹੋਈ। ਜੇ ਪੂਰੇ ਹੋਣਾ ਹੈ ਤਾਂ ਉਸ ਪੂਰੇ ਦੇ ਨਾਲ ਹੀ ਜੁੜਨਾ ਪਵੇਗਾ, ਉਹਦੇ ਗੁਣ ਗਾਉਣੇ ਪੈਣਗੇ। ਇੰਨੇ ਕੁ ਸ਼ਬਦ ਪ੍ਰਵਾਨ ਕਰਨਾ, ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀਆਂ। ਉਪਦੇਸ਼ ਸਤਿਗੁਰੂ ਜੀ ਦਾ ਹੈ, ਆਪਣੇ ਪੱਲੇ ਬੰਨ੍ਹ ਲੈਣਾ। ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਨ, ਭੁੱਲਾਂ ਦੀ ਮਾਫੀ ਦੇਣ, ਆਪ ਸੰਗਤ ਬਖਸ਼ਣ ਯੋਗ ਹੋ, ਮੇਰੀਆਂ ਭੁੱਲਾਂ ਬਖਸ਼ ਦੇਣੀਆਂ। ਅਕਾਲ ਪੁਰਖ ਦਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰ, ਜਿਨ੍ਹਾਂ ਨੇ ਕਿਰਪਾ ਕੀਤੀ, ਦੋ ਸ਼ਬਦ ਬੋਲਣ ਦੀ ਦਾਤ ਬਖਸ਼ੀ ਹੈ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸਾਹਿਬ ਜੀ ਦਾ ਧੰਨਵਾਦ, ਜੋ ਹਮੇਸ਼ਾ ਸਮਾਂ ਵੰਡ ਕਰਦੇ ਆ, ਆਪ ਸੰਗਤ ਦੇ ਦਰਸ਼ਨ ਕਰਵਾਉਂਦੇ ਨੇ। ਸ਼ਬਦ ਵੱਡਾ ਸੀ, ਸਮਾਂ ਵੀ ਇਸ ਕਰਕੇ ਜ਼ਿਆਦਾ ਲੱਗਿਆ, ਮੈਂ ਇਹਦੇ ਲਈ ਮਾਫੀ ਮੰਗਦਾ। ਆਓ ਫਤਿਹ ਬੁਲਾਉਣ ਤੋਂ ਪਹਿਲਾਂ ਸ਼ਬਦ ਦੀਆਂ ਜੋ ਦੋ ਅੰਤਲੀਆਂ ਪੰਕਤੀਆਂ ਨੇ ਉਹਨਾਂ ਦਾ ਪਾਠ ਸਰਵਣ ਕਰੀਏ। ਹਾਂਜੀ, ਪੂਰ ਰਹਿਆ ਘਟ ਘਟ ਅਬਿਨਾਸੀ, ਥਾਨ ਥਨੰਤਰ ਸਾਈ। ਕਹੋ ਨਾਨਕ ਕਾਰਜ ਸਗਲੇ ਪੂਰੇ, ਗੁਰ ਚਰਨੀ ਮਨ ਲਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।